ਭਗਤ ਸਿੰਘ ਦੀ ਪਹਿਲੀ ਚੇਤਨਤਾ ਜਿਹੜੀ ਹੈ ਔਰ ਉਹ ਤੁਹਾਨੂੰ ਬਾਅਦ ਚ ਰਿਫਲੈਕਟ ਹੁੰਦੀ ਹੈ ਜਦੋਂ ਭਗਤ ਸਿੰਘ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖਦੇ ਨੇ ਕਿ ਵੀ ਮੇਰਾ ਜ਼ਿੰਦਗੀ ਤੇ ਅਸੂਲ ਚੋਂ ਜਦੋਂ ਮੈਨੂੰ ਚੁਣਨਾ ਪਏਗਾ ਮੈਂ ਅਸੂਲ ਚੁਣਾਂਗਾ, ਜ਼ਿੰਦਗੀ ਨਹੀਂ ਚੁਣਾਂਗਾ। सरफरोशी की तमन्ना अब हमारे दिल में है, देखना है जोर कितना बाजुए कातिल में है। देश प्रदेश टीवी देख रहे सारे दर्शकों का ते रेड FM सुनने वाले सारे ਸਰੋਤਿਆਂ ਦਾ ਸਵਾਗਤ। मैं अनुजा शर्मा ते अज देश प्रदेश टीवी की टीम जी है जी पहुंची हुई है शहीद भगत सिंह दे पिंड खटखड़ कला दे विच। अज असी तुहानू 23 मार्च नू शहीदी दिवस भगत सिंह दा, जिस वक्त 21 साल ਦੇ ਸੀਗੇ ਭਗਤ ਸਿੰਘ ਜੀ, ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਰਾਜਗੁਰੂ ਤੇ ਸੁਖਦੇਵ ਦੇ ਨਾਲ ਅੱਜ ਹੀ ਦੇ ਦਿਨ। ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਉਹਨਾਂ ਦੀ ਜ਼ਿੰਦਗੀ ਦੇ ਨਾਲ, ਉਹਨਾਂ ਦੇ ਜ਼ਿੰਦਗੀ ਦੇ ਫਲਸਫੇ ਦੇ ਨਾਲ ਤੇ ਉਹਨਾਂ ਦੀਆਂ ਕੁਝ ਯਾਦਾਂ ਦੇ ਨਾਲ ਤੁਹਾਨੂੰ ਮਿਲਵਾਵਾਂਗੇ। ਇਸ ਵਕਤ ਅਸੀਂ ਖੜੇ ਹਾਂ ਜੀ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੇ ਵਿੱਚ। ਤੁਸੀਂ ਇਹ ਬੋਰਡ ਪੜ੍ਹ ਸਕਦੇ ਹੋ ਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜੱਦੀ ਘਰ। ਤੁਹਾਨੂੰ ਇੱਥੇ ਅਸੀਂ ਉਹਨਾਂ ਦੇ ਜੱਦੀ ਘਰ ਦੇ ਅੰਦਰ ਲੈ ਕੇ ਜਾਵਾਂਗੇ, ਤੁਹਾਨੂੰ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਵੀ ਦਿਖਾਵਾਂਗੇ। ਸਾਡੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ। ਪਹਿਲਾਂ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਕਿ ਦਿਖਾਇਆ ਜਾਵੇ ਕਿੰਨੀ ਖੂਬਸੂਰਤੀ ਨਾਲ ਬਣਾਇਆ ਗਿਆ ਇਹ ਘਰ ਹੈਗਾ ਆ। ਤੁਸੀਂ ਇਹਨਾਂ ਦਾ ਇਨਫਰਾਸਟਰਕਚਰ, ਆਰਕੀਟੈਕਟ ਦੇਖ ਸਕਦੇ ਹੋ। ਇਸ ਘਰ ਦੇ ਵਿੱਚ ਰੂਹ ਵਸਦੀ ਹੈ, ਜਾਨ ਵਸਦੀ ਹੈ ਇਸ ਘਰ ਦੇ ਵਿੱਚ। ਇਸ ਘਰ ਨੂੰ ਬਹੁਤ ਚੰਗੇ ਤਰੀਕੇ ਨਾਲ ਸੰਜੋ ਕੇ ਰੱਖਿਆ ਗਿਆ ਹੈ, ਸਹੇਜ ਕੇ ਰੱਖਿਆ ਗਿਆ ਹੈ। ਜੇਕਰ ਗੱਲ ਕੀਤੀ ਜਾਵੇ ਭਗਤ ਸਿੰਘ ਦੀ ਤੇ ਅਗਰ ਉਹਨਾਂ ਬਾਰੇ ਜਾਣਕਾਰੀ ਲੈਣੀ ਹੈ ਤੇ ਸਾਨੂੰ ਉਹਨਾਂ ਦੇ ਹੀ ਆਪਣੇ ਉਹਨਾਂ ਦੀ ਜਿਹੜੀ ਛੋਟੀ ਭੈਣ ਸੀਗੀ ਬੀਬੀ ਅਮਰ ਕੌਰ, ਉਹਨਾਂ ਦੇ ਬੇਟੇ ਨਾਲ ਅੱਜ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ, ਜਿਨ੍ਹਾਂ ਦਾ ਨਾਮ ਹੈਗਾ ਪ੍ਰੋਫੈਸਰ ਜਗਮੋਹਨ ਸਿੰਘ ਜੀ। ਤੇ ਉਹਨਾਂ ਤੋਂ ਇਲਾਵਾ ਜਿਸ ਤਰੀਕੇ ਨਾਲ ਰਿਸਰਚ ਉਹਨਾਂ ਨੇ ਭਗਤ ਸਿੰਘ ਉੱਤੇ ਕੀਤੀ ਹੈ ਤੇ ਜਿਸ ਤਰੀਕੇ ਨਾਲ ਉਹ ਤੁਹਾਨੂੰ ਉਹਨਾਂ ਦੇ ਜ਼ਿੰਦਗੀ ਦੇ ਨਾਲ, ਉਹਨਾਂ ਨਾਲ ਵਾਪਰੇ ਕਿਸੇ ਕਹਾਣੀਆਂ ਨਾਲ ਜਾਣੂ ਕਰਵਾ ਸਕਦੇ ਨੇ, ਮੈਨੂੰ ਨਹੀਂ ਲੱਗਦਾ ਕੋਈ ਹੋਰ ਕਰਵਾ ਸਕਦਾ ਆ। ਤੁਹਾਡੀ ਗੱਲ ਉਹਨਾਂ ਦੇ ਨਾਲ ਹੀ ਕਰਵਾਵਾਂਗੇ ਤੇ ਉਹਨਾਂ ਤੋਂ ਹੀ ਜਾਣਾਂਗੇ ਇਸ ਘਰ ਦੇ ਬਾਰੇ, ਇਸ ਘਰ ਦੇ ਵਿੱਚ ਕਿਸ ਤਰੀਕੇ ਨਾਲ ਜ਼ਿੰਦਗੀ ਬੀਤੀ ਸਾਰਿਆਂ ਦੀ। ਮੇਰੇ ਨਾਲ ਇਸ ਵਕਤ ਮੌਜੂਦ ਨੇ ਪ੍ਰੋਫੈਸਰ ਜਗਮੋਹਨ ਜੀ, ਇਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਸਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੇਕਰ ਜਗਮੋਹਨ ਜੀ ਗੱਲ ਕੀਤੀ ਜਾਵੇ ਯਾਦਾਂ ਦੀ, ਅੱਜ ਸਾਡੇ ਸਾਰਿਆਂ ਕੋਲ ਯਾਦਾਂ ਨੇ, ਯਾਦਾਂ ਬਸੀਆਂ ਹੋਈਆਂ ਨੇ, ਉਹਨਾਂ ਦੀਆਂ ਸਿੱਖਿਆਵਾਂ ਨੇ। ਤੇ ਜਿਸ ਵਕਤ ਤੁਸੀਂ ਆਪਣੇ ਮਾਤਾ ਜੀ ਦੇ ਨਾਲ ਗੱਲ ਕਰਦੇ ਸੀ ਛੋਟੀ ਉਮਰ ਦੇ ਵਿੱਚ, ਉਹਨਾਂ ਤੋਂ ਪੁੱਛਦੇ ਸੀਗੇ, ਉਹ ਆਪਣੀ ਕੀ ਯਾਦ ਤੁਹਾਨੂੰ ਆਪਣੇ ਭਰਾ ਦੇ ਨਾਲ ਸੁਣਾਉਂਦੇ ਸੀ? ਉਹਦੇ ਨਾਲ ਜ਼ਿਆਦਾ ਮਤਲਬ ਇਸ ਘਰ ਦੇ ਨਾਲ ਜਿਹੜੀ ਚੀਜ਼ਾਂ ਜੁੜੀਆਂ ਹੋਈਆਂ ਸੀ, ਔਰ ਇਹ ਕਿਉਂਕਿ ਉਹਨਾਂ ਦੇ ਪੁਸ਼ਤੀ ਘਰ ਹੈ ਔਰ ਇਹ ਘਰ 1858 'ਚ ਬਣਿਆ ਸੀ। ਉਹਨਾਂ ਦੇ ਪੜਦਾਦਾ ਜੀ ਸਰ ਫਤਿਹ ਸਿੰਘ ਨੇ ਬਣਾਇਆ ਸੀ। ਔਰ ਉਹਦੇ ਨਾਲ ਉਹਨਾਂ ਨੇ ਜਿਹੜੀ ਗੱਲ ਕਹੀ ਕਿ ਵੀ ਇਹ ਪਿੰਡ, ਜਿਹਨੂੰ ਦੀਵਾਨਖਾਨਾ ਕਿਹਾ ਉਹਨਾਂ ਨੇ, ਕਿ ਵੀ ਇਹ ਸਾਂਝਾ ਥਾਂ ਬਣਾ ਰਿਹਾ ਮੈਂ। ਤੇ ਲੋਕਾਂ ਨੇ ਕਿਹਾ ਕਿ ਦੀਵਾਨਖਾਨੇ ਦੀ ਕੀ ਲੋੜ ਹੈ, ਤੁਹਾਡੀ ਹਵੇਲੀ ਐਡੀ ਵੱਡੀ ਹੈ, ਉੱਥੇ ਸਾਰਾ ਪਿੰਡ ਮਿਲ ਸਕਦਾ। ਉਹ ਕਹਿੰਦੇ ਉਹ ਮੇਰੀ ਹਵੇਲੀ ਹੈ, ਤੁਸੀਂ ਆਪ ਫੈਸਲਾ ਨਹੀਂ ਕਰੋਗੇ। ਤੁਸੀਂ ਇਹ ਕਹੋਗੇ ਬਾਬਾ ਜੀ ਕੀ ਕਹਿ ਰਹੇ ਨੇ ਮੇਰੀ ਹਵੇਲੀ 'ਚ, ਤਾਂ ਮੇਰੀ ਗੱਲ ਸੁਣੀ ਜਾਓ ਨਾ, ਲੇਕਿਨ ਤੁਹਾਨੂੰ ਆਪ ਆਪਣੇ ਫੈਸਲੇ ਕਰਨੇ ਸਿੱਖਣੇ ਚਾਹੀਦੇ ਨੇ, ਕਿਉਂਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਰਣਜੀਤ ਸਿੰਘ ਦਾ ਰਾਜ ਆਇਆ ਚਲਾ ਗਿਆ, ਕੰਪਨੀ ਰਾਜ ਆਇਆ 1857 'ਚ ਖਤਮ ਹੋ ਗਿਆ। ਤੇ ਤੁਹਾਡੀ ਕਿਸੇ ਨੇ ਸਮੱਸਿਆ ਦਾ ਹੱਲ ਨਹੀਂ ਕਰਨਾ ਜਿੰਨਾ ਚਿਰ ਤੱਕ ਤੁਸੀਂ ਇਕੱਠੇ ਬਹਿ ਕੇ ਆਪਣੀ ਸਮੱਸਿਆ ਨੂੰ ਅੰਗਦੇ ਨਹੀਂ। ਤਾਂ ਇਸ ਕਰਕੇ ਇਹ ਮਤਲਬ ਜਗ੍ਹਾ ਬਣੀ। ਔਰ ਇਹਦੇ ਨਾਲ ਹੀ ਪਹਿਲਾਂ ਜੁੜੀ ਹੋਈ ਹੈ ਕਿ ਜਦੋਂ ਮਤਲਬ ਇਹਨਾਂ ਦੇ ਦਾਦਾ ਜੀ, ਪੜਦਾਦਾ ਜੀ ਜਿਹੜੇ ਸਰ ਫਤਿਹ ਸਿੰਘ ਸੀ, ਉਹਨਾਂ ਨੇ ਪੰਜਾਬ ਦੀ ਜਿਹੜੀ ਰੱਖਿਆ ਦੀ ਲੜਾਈ ਹੈ ਉਹ ਲੜੀ, ਜਿਹਨੂੰ ਅੰਗਰੇਜ਼ ਐਂਗਲੋ ਸਿੱਖ ਵਾਰ ਕਹਿੰਦੇ ਨੇ। ਐਕਚੁਅਲੀ ਉਹ ਪੰਜਾਬ ਦੀ ਇੰਡੀਪੈਂਡੈਂਸ ਦੀ ਲੜਾਈ ਬਚਾ ਦੀ ਸੀ। ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਸਜ਼ਾ ਦੇ ਤੌਰ 'ਤੇ ਉਹਨਾਂ ਦੀ ਅੱਧੀ ਜਾਇਦਾਦ ਜਿਹੜੀ ਹੈ ਉਹ ਜ਼ਬਤ ਕਰ ਲਈ ਗਈ। ਔਰ ਉਹਨਾਂ ਨੇ ਕਿਹਾ ਕਿ ਵੀ ਚਲੋ ਮੇਰੇ ਕੋਲ ਨਹੀਂ ਹੈ, ਲੇਕਿਨ ਮੈਂ ਅੰਗਰੇਜ਼ ਨੂੰ ਕਿਸੇ ਹੋਰ ਜਾਗੀਰਦਾਰ ਨੂੰ ਨਹੀਂ ਦੇਣ ਦਿਆਂਗਾ, ਕਿਉਂਕਿ ਉਹ ਜਿਹੜੀ ਮੇਰੀ ਨਹੀਂ ਹੈ ਅਤੇ ਉਹਨੂੰ ਕੋਈ ਕੌਣ ਵਾਹੇਗਾ, ਉਹਦਾ ਫੈਸਲਾ ਮੈਂ ਕਰੂੰਗਾ। ਅਤੇ ਉਹਨਾਂ ਨੇ ਰਾਹੋਂ ਤੋਂ ਰਾਹੀਂ ਇੱਕ ਮੁਸਲਮਾਨ ਸੀ ਜਿਹੜੇ ਬਹੁਤ ਮਿਹਨਤੀ ਕਿਸਾਨ ਸੀਗੇ, ਉਹਨਾਂ ਨੂੰ ਲਿਆ ਕੇ ਬਿਠਾ ਲਿੱਤਾ। ਉਹਨਾਂ ਕਿਹਾ ਕਿ ਵੀ ਮੈਂ ਆਪਣੀ ਲੜਾਈ ਨਹੀਂ, ਨਿੱਜੀ ਲੜਾਈ ਨਹੀਂ ਲੜ ਸਕਦਾ, ਲੇਕਿਨ ਜੇ ਤੁਹਾਨੂੰ ਅੰਗਰੇਜ਼ ਹਟਾਏਗਾ ਤਾਂ ਫਿਰ ਮੈਂ ਉਹਦੀ ਲੜਾਈ ਲੜਾਂਗਾ। ਤਾਂ ਇਸ ਕਰਕੇ ਇਹ ਪਹਿਲਾ ਮਤਲਬ ਸੀ ਵੀ ਤੁਸੀਂ। ਫਿਰ ਉਹ ਤੋਂ ਬਾਅਦ 1857 ਆਇਆ, ਕਿਉਂਕਿ ਉਹ ਅੰਗਰੇਜ਼ਾਂ ਦੇ ਲੜਨ ਵਾਲਿਆਂ ਵਿੱਚੋਂ ਸੀ, ਅਤੇ ਉਹਨਾਂ ਨੂੰ ਇਹ ਸੁਨੇਹਾ ਆਇਆ ਮਤਲਬ ਅੰਗਰੇਜ਼ ਦਾ
ਕਿ ਵੀ ਤੁਸੀਂ ਹੁਣ ਮਦਦ ਕਰਦੇ ਹੋ, ਤੁਹਾਡੀ ਉਹ ਜਾਇਦਾਦ ਵਾਪਸ ਕਰ ਦਿਆਂਗੇ ਤੇ ਹੋਰ ਜਾਇਦਾਦ ਮਿਲੇਗੀ। ਤੇ ਉਹ ਕਹਿੰਦੇ ਵੀ ਇਹ ਇਮਤਿਹਾਨ ਦੀ ਘੜੀ ਹੈ, ਜਦੋਂ ਆਦਮੀ ਨੂੰ ਜਾਇਦਾਦ ਤੇ ਅਸੂਲ 'ਚ ਚੁਣਨਾ ਪਵੇ ਤੇ ਉਹ ਤੁਹਾਡੀ ਸਭ ਤੋਂ, ਉਹ ਕਹਿੰਦੇ ਮੇਰਾ ਇਮਤਿਹਾਨ ਹੈ ਤੇ ਮੈਂ ਇਹ ਅੱਜ ਵਾਅਦਾ ਕਰਦਾ ਕਿ ਵੀ ਇਹ ਜਿਹੜਾ ਹੈ ਮੈਂ ਅਸੂਲ ਤੇ ਰਵਾਂਗਾ, ਜਾਇਦਾਦ ਨਹੀਂ ਮੈਨੂੰ ਪਸੰਦ, ਅਸੂਲ ਹੈ। ਔਰ ਅਸੂਲ ਜਿਹੜਾ ਸਾਡੇ ਬਜ਼ੁਰਗਾਂ ਨੇ ਗੁਰੂ ਗੋਬਿੰਦ ਸਿੰਘ ਤੋਂ ਸਿੱਖਿਆ ਸੀ, ਕਿਉਂਕਿ ਉਹਦੇ ਨਾਲ ਜਿਹੜਾ ਰਿਸ਼ਤਾ ਬਣਾਇਆ ਤੇ ਉਹ ਜਿਹੜਾ ਮਤਲਬ ਅਸੂਲ ਇਹ ਹੈ ਕਿ ਤੁਸੀਂ ਜਿੱਥੇ ਲੋਕ ਖੜੇ ਨੇ ਲੜ ਰਹੇ ਨੇ ਆਪਣੇ ਹੱਕ ਲਈ, ਉਹਨਾਂ ਦੇ ਨਾਲ ਖੜੇ ਹੋਣਾ। ਔਰ ਇਹ ਮੈਂ ਸਮਝਦਾ ਕਿ ਇਸ ਉਹਦੇ ਕਰਕੇ ਜਿਹੜੀਆਂ 4 ਜਨਰੇਸ਼ਨਸ ਨੇ, ਮਤਲਬ ਫਤਿਹ ਸਿੰਘ ਉਹਨਾਂ ਤੋਂ ਬਾਅਦ ਮਤਲਬ ਅਰਜਨ ਸਿੰਘ, ਉਸ ਤੋਂ ਬਾਅਦ ਉਹਨਾਂ ਦੇ 3 ਬੱਚੇ ਉਹ ਵੀ ਇੱਥੇ ਪੈਦਾ ਹੋਏ, ਸਾਜੀਤ ਸਿੰਘ, ਕਿਸ਼ਨ ਸਿੰਘ, ਸਵਰਨ ਸਿੰਘ, ਭਗਤ ਸਿੰਘ ਦੇ ਪਿਤਾ ਜੀ, ਚਾਚਾ ਜੀ ਦਾ, ਔਰ ਫਿਰ ਉਹ ਭਗਤ ਸਿੰਘ ਤੱਕ। ਤਾਂ ਮੈਂ ਉਹੀ ਲੱਭਦਾ ਰਿਹਾ ਕਿ ਵੀ ਇਹ ਜਿਹੜਾ ਅਸੂਲ ਉਹਨਾਂ ਨੇ ਬੋਇਆ ਉਹ ਇਸ ਘਰ ਦੇ ਨਾਲ ਜੁੜਿਆ ਹੋਇਆ। ਦੂਜਾ ਇਹ ਹੈ ਕਿ ਵੀ ਲੋਕਾਂ ਵਾਸਤੇ ਸੰਦੇਸ਼ ਕਿ ਤੁਹਾਡੇ ਮਸਲੇ ਤਾਂ ਹੀ ਹੱਲ ਹੋਣੇ ਨੇ ਜੇ ਤੁਸੀਂ ਖੁਦ ਆਪਣੇ ਮਸਲਿਆਂ ਨੂੰ ਸਮਝੋਗੇ ਔਰ ਫਿਰ ਉਹਦੇ ਲਈ ਇਕੱਤਰ ਹੋਵੋਗੇ। ਤਾਂ ਇਹ ਪਹਿਲਾ ਪਾਰਟ ਹੈ। ਫਿਰ ਉਹ ਤੋਂ ਬਾਅਦ ਹੈ ਕਿ ਭਗਤ ਸਿੰਘ ਸੀਗੇ ਤੇ ਉਹਨਾਂ ਦੇ ਦਾਦਾ ਜੀ ਭਗਤ ਸਿੰਘ ਤੋਂ ਇੱਕ ਵੱਡੇ ਜਗਤ ਸਿੰਘ ਸੀ, ਜਿਨ੍ਹਾਂ ਦੀ 11 ਸਾਲ 'ਚ ਡੈਥ ਹੋ ਗਈ ਸੀ। ਉਹਨਾਂ ਦੋਵਾਂ ਬੱਚਿਆਂ ਨੂੰ, ਆਪਣੇ ਪੋਤਿਆਂ ਨੂੰ ਲੈ ਕੇ ਇੱਥੇ ਆਉਂਦੇ ਸੀ ਔਰ ਹਰ ਗਰਮੀਆਂ ਵਿੱਚ ਇਹਨੂੰ ਦੇਸ਼ ਕਹਿੰਦੇ ਸੀ। ਉਹ ਮਤਲਬ ਉਦੋਂ ਵਰਡ ਹੁੰਦਾ ਵੀ ਦੇਸ਼ ਜਾਣਾ ਹੈ, ਤੇ ਇਹ ਦੇਸ਼ ਸੀਗਾ ਤੇ ਉਹ ਬਾਹਰ ਸੀਗੀ। ਤੇ ਉਹਨਾਂ ਨੂੰ ਇਹੀ ਗੱਲ ਜਿਹੜੀ ਵੀ ਆਹ ਕਾਕਾ ਇੱਥੇ ਅਸੂਲ ਜਿਹੜਾ ਨਾ ਇਹਨੂੰ ਆਪਾਂ ਸਤਿਕਾਰ ਕਰਦੇ ਹਾਂ। ਤਾਂ ਇਹ ਇੱਟਾਂ ਬੋਲਦੀਆਂ ਨੇ ਉਹਨਾਂ ਅਸੂਲਾਂ ਨੂੰ। ਪਲੇਗ, ਸਭ ਤੋਂ ਪਹਿਲੀ ਪਲੇਗ 1896 'ਚ ਇੱਥੋਂ ਸ਼ੁਰੂ ਹੋਈ, ਖਟਕੜਾਂ ਤੋਂ, ਕਿਉਂਕਿ ਕੋਈ ਬਾਹਰ ਗਿਆ ਹੋਇਆ ਸੀ, ਸ਼ੰਘਾਈ ਤੋਂ ਆਇਆ, ਉਹਦੇ ਨਾਲ ਪਲੇਗ ਆ ਗਈ। ਅੰਗਰੇਜ਼ਾਂ ਨੇ ਪਿੰਡ ਘੇਰ ਲਿਆ ਕਿ ਵੀ ਪਲੇਗ ਨੂੰ ਗਾਂਹ ਵਧਣ ਨਹੀਂ ਦੇਣਾ, ਇਸ ਕਰਕੇ ਪਿੰਡ ਸਾੜ ਦਿਓ। ਤੇ ਬਾਬਾ ਜੀ ਅਰਜਨ ਸਿੰਘ ਨੇ ਕਿਹਾ ਕਿ ਬਈ ਇਹਨਾਂ ਵਿਚਾਰਿਆਂ ਦੀ ਜਿਹੜੀ ਬੱਚਤ ਹੈ ਇਹ ਤੁਸੀਂ ਕੰਪਨਸੇਟ ਕਰ ਦਿਓ ਤੇ ਮਤਲਬ ਜੋ ਮਰਜ਼ੀ ਕਰ ਲਓ। ਉਹ ਕਹਿੰਦੇ ਜੀ ਇਹ ਤਾਂ ਸਾਡੇ ਅਸੂਲ 'ਚ ਲਿਖਿਆ ਨਹੀਂ ਕਿਸੇ ਨੂੰ ਕੰਪਨਸੇਸ਼ਨ ਦੇਣੀ, ਲੇਕਿਨ ਅਸੀਂ ਤੇ ਕਰਨਾ। ਤੇ ਫਿਰ ਕਈ ਦਿਨ ਮੋਰਚਾ ਚੱਲਿਆ ਤੇ ਕਹਿੰਦੇ ਕਿੰਨੇ ਬੇਵਕੂਫ ਹੁੰਦੇ ਸਰਕਾਰ ਚਲਾਉਣ ਵਾਲੇ। ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀਆਂ ਚੀਜ਼ਾਂ ਲਿਜਾਣੀਆਂ ਲੈ ਜਾਓ ਤੇ ਅਸੀਂ ਪਿੰਡ ਨੂੰ ਆਪਣਾ ਕਰਾਂਗੇ, ਸਾਡਾ ਕੰਮ ਪਿੰਡ ਸਾੜਨਾ ਹੈ। ਤਾਂ ਉਹ ਮੋਰਚਾ ਜਿਹੜਾ ਹੈ ਉਹ ਕਹਿੰਦੇ ਵੀ ਉਹ ਪਲੇਗ ਫਿਰ ਵੀ ਫੈਲੀ, ਕਿਉਂਕਿ ਤੁਸੀਂ ਪਲੇਗ ਦਾ ਇਲਾਜ ਨਹੀਂ ਸੀ ਕਰਨਾ ਹੈ, ਤੁਸੀਂ ਆਪਣਾ ਹੁਕਮ ਜਤਾਉਣ ਆਏ ਸੀ। ਤਾਂ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ, ਔਰ ਉਹਨੇ ਭਗਤ ਸਿੰਘ ਦੀ ਪਹਿਲੀ ਚੇਤਨਤਾ ਜਿਹੜੀ ਹੈ, ਔਰ ਉਹ ਤੁਹਾਨੂੰ ਬਾਅਦ 'ਚ ਰਿਫਲੈਕਟ ਹੁੰਦੀ ਹੈ ਜਦੋਂ ਭਗਤ ਸਿੰਘ ਆਪਣੇ ਪਿਤਾ ਜੀ ਨੂੰ ਇੱਕ ਚਿੱਠੀ ਲਿਖਦੇ, ਜ਼ਿੰਦਗੀ ਤੇ ਅਸੂਲ 'ਚੋਂ ਜਦੋਂ ਮੈਨੂੰ ਚੁਣਨਾ ਪਏਗਾ ਮੈਂ ਅਸੂਲ ਚੁਣਾਂਗਾ, ਜ਼ਿੰਦਗੀ ਨਹੀਂ ਚੁਣਾਂਗਾ। ਤਾਂ ਮੈਂ ਕਿਹਾ ਇਹ ਪੂਰਾ ਸਫ਼ਰ ਹੈ ਜਾਇਦਾਦ ਤੇ ਅਸੂਲ ਤੋਂ ਲੈ ਕੇ ਜ਼ਿੰਦਗੀ ਤੇ ਅਸੂਲ ਤੱਕ ਦਾ। ਜਗਮੋਹਨ ਜੀ, ਅਗਰ ਗੱਲ ਕੀਤੀ ਜਾਵੇ ਇਸ ਜੱਦੀ ਘਰ ਦੀ, ਇਹਨੂੰ ਸੰਜੋ ਕੇ ਰੱਖਣਾ, ਇਸ ਵੇਲੇ ਤੱਕ ਇਹਨੂੰ ਸੰਜੋ ਕੇ ਰੱਖਣਾ ਬਹੁਤ ਵੱਡੀ ਗੱਲ ਹੈ। ਤੁਸੀਂ ਦਰਸ਼ਕਾਂ ਨੂੰ ਇਸ ਘਰ ਦੇ ਨਾਲ ਥੋੜਾ ਜਿਹਾ ਜਾਣੂ ਕਰਵਾਓ, ਕੀ ਚੀਜ਼ ਕਿਸ ਤਰੀਕੇ ਨਾਲ ਆ। ਇੱਥੇ ਅਸੀਂ ਦੇਖ ਰਹੇ ਹਾਂ ਇੱਕ ਪੁਰਾਣਾ ਚੁੱਲ੍ਹਾ ਵੀ ਹੈਗਾ ਆ। ਮਤਲਬ ਕਿਉਂਕਿ ਸਾਡੇ ਨਾਨੀ ਜੀ ਇੱਥੇ 1975 ਤੱਕ ਰਹੇ, 47 ਤੋਂ ਬਾਅਦ ਸਾਡੇ ਦੂਸਰੇ 2 ਨਾਨੀ ਸੀ, ਉਹਨਾਂ ਦੇ ਮਕਾਨ ਉਹ ਜਿਹੜੇ ਐਕਸਚੇਂਜ 'ਚ ਮਿਲੇ ਉਹਦੇ ਵਿੱਚ ਸੀਗੇ। ਤੇ ਇਹ ਚੁੱਲ੍ਹਾ ਹੈ ਜਿਹਦੇ 'ਤੇ ਉਹ ਬਹਿ ਕੇ ਰੋਟੀ ਪਕਾਉਂਦੇ ਹੁੰਦੇ ਸੀ, ਜਿਸ 'ਚ ਅਸੀਂ ਵੀ ਖਾਧੀ ਹੈ। ਤੇ ਇਹ ਇਸ ਕਰਕੇ ਚੁੱਲ੍ਹੇ ਨੂੰ ਇੱਦਾਂ ਹੀ ਪ੍ਰੋਟੈਕਟ ਕੀਤਾ ਹੈ। ਇਸੇ ਤਰ੍ਹਾਂ ਹੀ ਬਾਹਰ ਜਿਹੜਾ ਖੂਹ ਹੈ ਉਹ ਸਾਂਝਾ ਖੂਹ ਸੀ, ਜਿਹੜਾ ਸਾਰਾ ਪਿੰਡ ਪਾਣੀ ਇੱਥੋਂ ਲੈਂਦਾ ਸੀਗਾ। ਤੋ ਮਤਲਬ ਉਹਦਾ ਹੈ। ਫਿਰ ਇਹ ਮਤਲਬ ਛੋਟਾ ਜਿਹਾ ਘਰ ਹੈ, ਲੇਕਿਨ ਇਹਦੇ 'ਚ ਇੱਕ ਰਸੋਈ ਹੈ। ਤੇ ਅਸੀਂ ਗੱਲ ਕਰਦੇ ਹਾਂ ਭਗਤ ਸਿੰਘ ਜੀ ਦੀ, ਉਹਨਾਂ ਤੋਂ ਅੱਜ ਦੀ ਯੂਥ ਨੂੰ, ਕਿਉਂਕਿ ਉਹਨਾਂ ਨੇ ਜਿਹੜਾ ਆਪਣਾ ਸਫ਼ਰ ਬਿਤਾਇਆ ਸੀਗਾ, ਭਾਵੇਂ ਉਹ 21 ਸਾਲ ਤੱਕ ਦਾ ਹੀ ਸੀਗਾ, ਇੰਨੀ ਯੰਗ ਏਜ ਦੇ ਵਿੱਚ ਇੰਨਾ ਇੰਟੈਲੈਕਚੁਅਲ ਪਰਸਨ ਹੋਣਾ, ਉਹਦੇ ਵਿੱਚ ਪਰਿਵਾਰ ਦਾ ਵੀ ਬਹੁਤ ਵੱਡਾ ਰੋਲ ਹੈ, ਕਿਉਂਕਿ ਉਹਨਾਂ ਨੇ ਦੇਖਿਆ ਹੈ ਕਿ ਪਰਿਵਾਰ ਦੇ ਵਿੱਚ ਪਹਿਲੇ ਤੋਂ ਵੀ ਪੋਲੀਟੀਕਲ ਐਕਟਿਵਿਸਟ ਬਹੁਤ ਜ਼ਿਆਦਾ ਨੇ। ਇਹਦਾ ਕਿੰਨਾ ਕੁ ਰੋਲ ਪਿਆ ਉਹਨਾਂ ਦੇ ਉੱਤੇ? ਦੇਖੋ ਬਹੁਤ ਮਤਲਬ ਕਿ ਵੀ ਘਰ ਵਿੱਚ ਜਿਹੜੀਆਂ ਵੈਲਿਊਜ਼, ਮੈਂ ਜਿੱਦਾਂ ਤੁਹਾਨੂੰ ਕਹਿੰਦਾ ਕਿ ਜ਼ਿਆਦਾ ਇੰਪੋਰਟੈਂਟ ਵੈਲਿਊਜ਼ ਹੁੰਦੀਆਂ ਨੇ, ਕਿਉਂਕਿ ਸਾਜੀਤ ਸਿੰਘ ਉਹਨਾਂ ਨੇ ਪਹਿਲੀ ਇੱਕ ਕਾਮਯਾਬ ਕਿਸਾਨਾਂ ਦੀ ਮੂਵਮੈਂਟ ਐਲਾਨ ਕੀਤੀ 1907 ਵਿੱਚ, ਔਰ ਉਹ ਇੱਕ ਵਾਹਿਦ ਮੂਵਮੈਂਟ ਸੀ ਜਿਹਦੇ ਵਿੱਚ ਅੰਗਰੇਜ਼ ਨੂੰ ਆਪਣੇ ਕਾਨੂੰਨ ਵਾਪਸ ਲੈਣੇ ਪਏ, ਕਿਉਂਕਿ ਉਹਦੇ ਵਿੱਚ ਪੂਰਾ ਜਿਹੜੀ ਕਿਸਾਨੀ ਹੈ ਉਹ ਇਨਵੋਲਵਡ ਸੀ। ਕਿਸਾਨੀ ਫੌਜਾਂ 'ਚ ਸੀ, ਤਾਂ ਫੌਜਾਂ 'ਚ ਵੀ ਉਹਨੂੰ, ਔਰ ਖੁਦ ਉਹਦਾ ਕਮਾਂਡਰ ਇਨ ਚੀਫ ਨੇ ਕਿਹਾ ਕਿ ਵੀ ਬਸ ਮੈਨੂੰ ਡਰ ਲੱਗਦਾ ਹੈ ਕਿ 1907 ਵਿੱਚ ਅਗਰ ਲੋਕ ਉੱਠ ਖੜੇ ਤੇ ਅਸੀਂ ਬਚ ਨਹੀਂ ਸਕਦੇ, ਤੇ ਇਸ ਕਰਕੇ ਤੁਸੀਂ ਕਾਨੂੰਨ ਵਾਪਸ ਕਰੋ। ਤਾਂ ਉਹ ਕਹਾਣੀਆਂ ਵੀ ਉਹਨਾਂ ਨੂੰ ਸੀ, ਪੀਸਫੁਲ ਤਰੀਕੇ ਨਾਲ ਲੜਨ ਦਾ, ਮਤਲਬ ਵਿਚਾਰਾਂ ਦੀ ਲੜਾਈ। ਕਿਉਂਕਿ ਬਾਅਦ ਵਿੱਚ ਸਾਜੀਤ ਸਿੰਘ ਉਹਨਾਂ ਨੂੰ ਛੱਡਿਆ ਗਿਆ ਮਾਂਡਲੇ ਤੋਂ, ਤਾਂ ਉਹਨਾਂ ਦੇ ਕੰਡੀਸ਼ਨ ਲਾਤੀ ਵੀ ਤੁਸੀਂ ਕੋਈ ਸਪੀਚ ਨਹੀਂ ਦੇਣੀ। ਮਤਲਬ ਅੰਗਰੇਜ਼ ਨੂੰ ਲੱਗਦਾ ਸੀ ਵੀ ਸਪੀਚ ਦੇ ਕੇ ਲੋਕਾਂ ਨੂੰ ਉਕਸਾਉਂਦੇ ਨੇ। ਉਹਨਾਂ ਨੇ ਕਿਤਾਬਾਂ ਛਾਪਣੀਆਂ ਸ਼ੁਰੂ ਕਰਤੀਆਂ, ਅਤੇ ਉਹ ਫਿਰ ਚੀਫ ਸੈਕਟਰੀ ਲਿਖਦਾ ਕਿ ਹੁਣ ਤਾਂ ਬਹੁਤ ਖਤਰਨਾਕ ਹੋ ਗਏ, ਸਾਡੀਆਂ ਹੀ ਰਾਈਟਰਸ ਦੀਆਂ ਕਿਤਾਬਾਂ ਉਰਦੂ ਵਿੱਚ ਟਰਾਂਸਲੇਟ ਕਰਕੇ, ਉਹ ਆਪਣਾ ਨਹੀਂ ਲਿਖ ਰਹੇ,
ਉਹ ਟਰਾਂਸਲੇਟ ਕਰਕੇ ਇੱਕ ਵਧੀਆ ਜਿਹਾ ਹੈਡਿੰਗ ਦੇ ਕੇ, ਜਿੱਦਾਂ ਬਾਂਦਰ ਬਾਂਟ, ਮਤਲਬ ਇਦਾਂ ਦੇ ਨਾਂ ਰੱਖ ਕੇ ਉਹ ਲੋਕਾਂ ਨੂੰ ਚੁਆਨੀ 'ਚ ਪੜ੍ਹਾ ਰਹੇ ਨੇ, ਅਤੇ ਇਹ ਜ਼ਿਆਦਾ ਖਤਰਨਾਕ ਹੈ। ਤਾਂ ਉਹ ਭਗਤ ਸਿੰਘ ਨੂੰ ਜਿਹੜਾ ਮਤਲਬ ਹੈ ਕਿ ਇੱਕ ਵਿਰਸੇ 'ਚ ਮਿਲਿਆ। ਫਿਰ ਇਹ ਵੀ ਹੈ ਕਿ ਵੀ ਮੇਰਾ ਖਿਆਲ ਉਹ ਜਦੋਂ 8-9 ਸਾਲ ਦੇ ਸੀ ਅਤੇ ਕਰਤਾਰ ਸਿੰਘ ਸਰਾਭੇ ਨੂੰ ਵੀ, ਕਿਉਂਕਿ ਘਰ ਆਏ ਸੀ ਕਰਤਾਰ ਸਿੰਘ ਸਰਾਭਾ, ਸਾਕਿਸ਼ਨ ਸਿੰਘ ਉਹਨਾਂ ਨੇ ਕੁਛ ਦਿੱਤਾ ਹੀ ਰਿਕਾਰਡ 'ਚ ਹੈ ਕਿ ਉਹਨਾਂ ਨੇ 1000 ਰੁਪਏ ਉਦੋਂ ਮਦਦ ਦਿੱਤੀ ਸੀ, ਅਤੇ ਉਹ ਲੈਣ ਵਾਸਤੇ ਕਰਤਾਰ ਸਿੰਘ ਸਰਾਭਾ ਆਏ ਸੀ। ਉਹਨਾਂ ਨੇ ਉਹ ਨੌਜਵਾਨ ਨੂੰ ਵੀ ਦੇਖਿਆ, ਅਤੇ ਉਹ ਮਨ 'ਚ ਆਉਂਦਾ ਕਿ ਵੀ ਇਹ ਨੌਜਵਾਨ ਅਮਰੀਕਾ ਜਾ ਕੇ, ਸਾਰੇ ਲੋਕ ਤਾਂ ਅਮਰੀਕਾ ਜਾਂਦੇ ਨੇ, ਇਹ ਅਮਰੀਕਾ ਤੋਂ ਵਾਪਸ ਆ ਰਿਹਾ, ਔਰ ਉਹ ਇਸੇ ਕਰਕੇ ਉਹਨਾਂ ਨੂੰ ਉਹ ਬਹੁਤ ਉਤਸ਼ਾਹਿਤ ਲੱਗਾ ਕਿ ਇੱਕ ਨੌਜਵਾਨ ਅਗਰ ਇੰਨਾ ਕਰ ਸਕਦਾ ਅਤੇ ਮੈਂ ਅਤੇ ਜੇ ਛੋਟਾ ਮੈਂ ਕਿਉਂ ਨਹੀਂ ਕਰ ਸਕਦਾ। ਫਿਰ ਹੈ ਕਿ 12 ਸਾਲ ਦੀ ਉਮਰ ਵਿੱਚ ਉਹ ਜਲਿਆਂਵਾਲੇ ਬਾਗ ਆਉਂਦੇ ਨੇ, ਤਾਂ ਮੇਰੇ ਮਨ 'ਚ ਰਿਹਾ ਕਿ ਵੀ 12 ਸਾਲ ਦੇ ਬੱਚੇ ਨੂੰ ਉਹ ਕਿਹੜਾ ਪ੍ਰਸ਼ਨ ਸੀ ਜਿਹੜਾ ਜਲਿਆਂਵਾਲਾ ਬਾਗ ਲੈ ਕੇ ਆਏ। ਔਰ ਉਹ ਇਹ ਸੀਗਾ ਕਿ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਨੂੰ ਇਹ ਕਿਹਾ ਕਿ ਕਾਕਾ ਕੋਈ ਵੀ ਗੱਲ ਸੁਣ ਕੇ ਨਹੀਂ ਮੰਨਣੀ, ਵੀ ਜਸਟ ਆਈ ਖਬਰ ਆਈ ਹੈ, ਲੇਕਿਨ ਆਪ ਜਾ ਕੇ ਤੁਸੀਂ ਜਿੰਨਾ ਚਿਰ ਵੈਰੀਫਾਈ ਨਹੀਂ ਕਰਦੇ। ਤਾਂ ਮੈਂ ਕਹਿੰਦਾ ਹੁੰਦਾ ਕਿ ਉਹਨਾਂ ਨੇ ਜਰਨਲਿਜ਼ਮ ਸ਼ੁਰੂ ਕੀਤੀ ਕਿ ਮੈਂ ਜਾ ਕੇ ਦੇਖਣਾ ਕਿ ਵਾਕਈ ਜੋ ਲੋਕ ਕਹਿ ਰਹੇ ਨੇ ਵੀ ਇੰਨਾ ਜ਼ੁਲਮ ਹੋਇਆ, ਵੀ ਇਹ ਕਹਾਣੀ ਤਾਂ ਨਹੀਂ ਹੈ, ਐਕਚੁਅਲੀ ਹੈ ਕਿ ਨਹੀਂ। ਤਾਂ ਉਹ ਦੇਖ ਕੇ ਆਉਂਦੇ ਨੇ, ਔਰ ਉੱਥੋਂ ਉਹ ਨਿਸ਼ਾਨੀ ਵੀ ਲੈ ਕੇ ਆਉਂਦੇ ਨੇ, ਜਿਹੜੇ ਮੇਰੇ ਮਦਰ ਨਾਲ, ਕਿਉਂਕਿ ਉਹ 3 ਸਾਲ ਛੋਟੇ ਸੀ, ਤਾਂ ਉਹਨਾਂ ਨੇ ਸ਼ੇਅਰ ਕੀਤੀ। ਲੇਕਿਨ ਉਹ ਤੋਂ ਵੀ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਕਿ ਹਰ ਈਵੈਂਟ ਜਿਹੜੀ ਹੋ ਰਹੀ ਹੈ ਉਹ ਉਹਦੇ ਵਿੱਚ ਵਿਚਰ ਰਹੇ ਨੇ, ਔਰ ਉਹ ਵਿਚਰਨ ਵਿੱਚ ਤੁਸੀਂ ਤੁਹਾਡੀ ਸਿਆਣਪ ਵੱਧ ਰਹੀ। ਜਿੱਦਾਂ ਮਤਲਬ ਕਿ ਨਨਕਾਣਾ ਸਾਹਿਬ ਦੇ ਵਿੱਚ 139 ਸਿੱਖਾਂ ਨੂੰ ਮਹੰਤ ਨੇ ਮਾਰਿਆ, ਅੰਗਰੇਜ਼ ਨੇ ਮਦਦ ਕੀਤੀ, ਔਰ ਉਸ ਜਿਹੜਾ ਲੀਡਰ ਸੀ ਲਛਮਣ ਸਿੰਘ ਹੁਣੀ, ਉਹ ਦਰਬਾਰ ਸਾਹਿਬ ਦੀ ਤਾਬਿਆਂ 'ਚ ਬੈਠੇ ਹੋਏ ਸੀ, ਉਹ 'ਚੋਂ ਵਾਕ ਲੈ ਰਹੇ ਸੀ, ਉਹਨਾਂ ਨੂੰ ਉੱਥੇ ਮਾਰਿਆ। ਅਤੇ ਉੱਥੇ ਫਿਰ ਸਵਾਲ ਉਹਨਾਂ ਦੇ ਮਨ 'ਚ ਆਇਆ ਕਿ ਵੀ ਇਹ ਅਸਲ ਜਿਹੜਾ ਰਾਜ ਹੈ ਉਹ ਕਿਵੇਂ ਸਾਡੇ ਹੀ ਲੋਕਾਂ ਨੂੰ ਸਾਡੇ ਨਾਲ ਲੜਾ ਕੇ ਮਤਲਬ ਕਰ ਰਿਹਾ, ਔਰ ਕਿਉਂ ਕੀ ਕਰ ਰਿਹਾ, ਗਿਆਨ ਨਹੀਂ ਆਉਣਾ ਚਾਹੀਦਾ। ਅਤੇ ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਉਦੋਂ ਕਾਲੀ ਪੱਗ ਜਿਹੜੀ ਹੈ ਅਤੇ ਕਾਲੀ ਚੁੰਨੀ, ਉਹ ਪ੍ਰੋਟੈਸਟ ਦਾ ਜ਼ਰੀਆ ਸੀ। ਇਸੇ ਕਰਕੇ ਜਿਹਨੂੰ ਅੱਜ ਅਕਾਲੀ ਕਹਿੰਦੇ ਨਾ, ਉਦੋਂ ਕਾਲੀਏ ਕਹਿੰਦੇ ਸੀ, ਵੀ ਕਾਲੇ ਉਹ ਕਾਲੀਏ ਤੋਂ ਬਾਅਦ 'ਚ ਅਕਾਲੀ ਬਣੇ ਨੇ। ਅਤੇ ਉਹਦੇ ਵਿੱਚ ਭਗਤ ਸਿੰਘ ਨੇ ਵੀ ਪ੍ਰੋਟੈਸਟ 'ਚ ਕਾਲੀ ਪੱਗ ਬੰਨੀ, ਜਿੰਨਾ ਚਿਰ ਉਹਨਾਂ ਬੰਨੀ ਉਹ ਕਾਲੀ ਪੱਗ ਸੀਗੀ। ਅਤੇ ਉਦੋਂ ਉਹਨਾਂ ਨੇ ਕਿਹਾ ਕਿ ਵੀ ਮਤਲਬ ਇਹਦਾ ਮਤਲਬ ਹੈ ਕਿ ਇਹ ਖੁਦ, ਕਿਉਂਕਿ ਕਿਸੇ ਨੇ ਦੱਸਣਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਗੁਰ ਹੈ, ਅਤੇ ਉਹ ਤਾਂ ਹੀ ਮਤਲਬ ਮੈਂ ਆਪ ਪੜ੍ਹਾਂ। ਉਹਨਾਂ ਨੇ ਖੁਦ ਪੰਜਾਬੀ ਸਿੱਖੀ। ਉਹਨਾਂ ਦੀ ਪਹਿਲੀ ਚਿੱਠੀ ਆਪਣੇ ਚਾਚੀ ਜੀ ਨੂੰ 1921 ਦੀ ਹੈ, ਟੁੱਟੀ ਭੱਜੀ ਪੰਜਾਬੀ 'ਚ। ਲੇਕਿਨ ਜਦੋਂ ਉਹ ਕੁਛ ਮਹੀਨਿਆਂ ਬਾਅਦ ਮੇਰੇ ਮਦਰ ਨੂੰ ਮਿਲੇ ਤਾਂ ਉਹਨਾਂ ਕਿਹਾ ਕਿ ਅਮਰੋ ਤੂੰ ਕੀ ਪੜ੍ਹ ਰਹੀ ਹੈ? ਉਹ ਕਹਿੰਦੇ ਮੈਂ ਤਾਂ ਅਜੇ 5 ਗ੍ਰੰਥੀ ਪੜ੍ਹ ਰਹੀ ਹਾਂ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹ ਆਇਆ। ਤਾਂ ਇਸ ਕਰਕੇ ਉਹ ਲੜੀ ਜਿਹੜੀ ਹੈ ਉਹਨੇ ਭਗਤ ਸਿੰਘ ਨੂੰ ਫਾਸਟ ਮੈਚਿਓਰ ਕੀਤਾ, ਔਰ ਉਹ ਅਖੀਰਲੀ ਚਿੱਠੀ ਜਿਹੜੀ ਆਪਣੇ ਪਿਤਾ ਜੀ ਦੇ ਨਾਂ ਲਿਖ ਕੇ ਗਏ, ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸਾਡੇ ਦਾਦਾ ਜੀ ਨੇ ਜਦੋਂ ਸਾਡਾ ਨਾਮਕਰਨ ਕੀਤਾ ਸੀ ਅਤੇ ਉਦੋਂ ਇਹ ਕਿਹਾ ਸੀ ਵੀ ਇਹ ਮੇਰੇ ਦੋਨੋਂ ਪੋਤੇ ਜਿਹੜੇ ਨੇ ਇਹ ਵੀ ਆਜ਼ਾਦੀ ਲਈ ਮਤਲਬ ਮੈਂ ਵਕਫ ਕਰ ਰਿਹਾ, ਮਤਲਬ ਉਹਨਾਂ ਨੂੰ ਭੇਟ ਕਰ ਰਿਹਾ। ਜਗਮੋਹਨ ਜੀ, ਇੱਥੇ ਪੜ੍ਹਨ ਦੀ ਗੱਲ ਆਈ, ਬਹੁਤ ਸਮਾਂ ਐਸਾ ਵੀ ਲੰਘਿਆ ਸੀ ਉਹਨਾਂ ਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਕ ਹੋ ਗਿਆ ਸੀਗਾ, ਔਰ ਉਹ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਸੀਗੇ। ਉਹ ਕਿਹੋ ਜਿਹੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਰੱਖਦੇ ਸੀਗੇ, ਜਾਂ ਕੋਈ ਇੱਕ ਤਰੀਕੇ ਦੀ ਹੀ ਕਿਤਾਬ ਨੂੰ ਪੜ੍ਹਨ ਦੇ ਵਿੱਚ ਉਹਨਾਂ ਦਾ ਕਿਊਰੀਓਸਿਟੀ ਰਹਿੰਦੀ ਸੀ? ਉਹ ਹੈ ਕਿ ਵੀ ਜਿੱਦਾਂ ਉਹਨਾਂ ਦਾ ਇੱਕ ਆਪਣਾ, ਮੈਂ ਸਮਝਦਾ ਕਿ ਇਹ ਵੀ ਬੱਚਿਆਂ ਨੂੰ ਸਿੱਖਣ ਦੀ ਲੋੜ ਹੈ, ਜਿਹਨੂੰ ਕਹਿੰਦੇ ਨਾ ਵੀ ਨੇਤਾ ਜੀ ਨੇ ਵੀ ਕਿਹਾ ਸੀ ਵੀ ਮੈਂ ਸੰਪੂਰਨ ਵਿਅਕਤੀ ਬਣਨਾ ਚਾਹੁੰਦਾ। ਸਾਜੀਤ ਸਿੰਘ ਉਹਨਾਂ ਨੇ ਵੀ ਆਖਰੀ ਮੈਸੇਜ ਵਿੱਚ ਇਹ ਕਿਹਾ ਕਿ ਸੰਪੂਰਨ ਵਿਅਕਤੀ ਬਣੋ। ਤਾਂ ਭਗਤ ਸਿੰਘ ਉਹਦੀ ਡੈਫੀਨੇਸ਼ਨ ਦਿੰਦੇ ਨੇ ਕਿ ਉਹਦਾ ਮਤਲਬ ਇਹ ਹੈ ਕਿ ਵੀ ਤੁਸੀਂ ਇਤਿਹਾਸ ਨੂੰ, ਮਤਲਬ ਵੀ ਆਰ ਸੀਰੀਅਸ ਸਟੂਡੈਂਟ ਆਫ ਹਿਸਟਰੀ, ਕੰਡੀਸ਼ਨਸ ਆਫ ਆਵਰ ਪੀਪਲ ਐਂਡ ਦੇਅਰ ਐਸਪਾਇਰੇਸ਼ਨ। ਤਾਂ ਉਹ ਹੈ ਕਿ ਵੀ ਜਿਹੜਾ ਇਤਿਹਾਸ ਹੈ ਵੀ ਦੁਨੀਆ ਦੇ ਵਿੱਚ ਤਜਰਬੇ ਕੀ ਹੋਏ ਨੇ, ਉਹਨਾਂ ਤਜਰਬਿਆਂ ਦੇ ਨਤੀਜੇ ਕੀ ਨਿਕਲੇ ਨੇ, ਉਹ ਪੜ੍ਹਨਾ ਚਾਹੁੰਦੇ ਸੀ। ਜਦੋਂ ਉਹਨਾਂ ਨੇ ਰੂਸ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਨਾਂ ਲਈ 1917 ਇੰਨਾ ਇੰਪੋਰਟੈਂਟ ਨਹੀਂ ਸੀ ਜਿੰਨਾ 1848 ਤੋਂ ਲੈ ਕੇ 1917 ਤੱਕ ਦਾ ਸਫ਼ਰ ਹੈ ਉਹਨਾਂ ਦਾ। ਜੇ ਉਹਨਾਂ ਨੇ ਆਇਰਲੈਂਡ ਪੜ੍ਹਿਆ, ਕਿਉਂਕਿ ਆਇਰਲੈਂਡ ਤੁਹਾਨੂੰ ਪਹਿਲਾਂ, ਕਿਉਂਕਿ ਉਹ ਵੀ ਅੰਗਰੇਜ਼ ਦੇ ਨਾਲ ਬਹਿ ਕੇ ਲੜ ਰਿਹਾ ਸੀ, ਇਸੇ ਕਰਕੇ ਭਗਤ ਸਿੰਘ ਨੇ ਜਿਹੜੀ ਪਹਿਲੀ ਕਿਤਾਬ ਟਰਾਂਸਲੇਟ ਕੀਤੀ ਉਹ ਡੈਨਬਰੀਨ ਦੀ ਆਤਮ ਕਥਾ ਸੀ, ਜਿਹੜਾ ਉੱਥੋਂ ਦਾ ਫੌਜੀ ਲੀਡਰ ਸੀ, ਵੀ ਉਹਨੇ ਕਿਵੇਂ ਲੜਾਈ ਲੜੀ, ਤਾਂ ਕਿ ਉੱਥੋਂ ਸਿੱਖਿਆ ਜਾਵੇ। ਔਰ ਉਹ ਹਿੰਦੀ 'ਚ ਟਰਾਂਸਲੇਟ ਕਰਦੇ ਨੇ ਤਾਂ ਕਿ ਦੂਜੇ ਸਾਥੀ ਵੀ ਪੜ੍ਹ ਸਕਣ। ਉਹਨਾਂ ਨੇ ਮੁਨਸ਼ੀ ਪ੍ਰੇਮ ਚੰਦ ਨੂੰ ਪੜ੍ਹਿਆ, ਕਿਉਂਕਿ ਉਹਨਾਂ ਦਾ ਪਿਆਰ ਦੇ ਬਾਰੇ ਵਿੱਚ ਇੱਕ ਜ਼ਿਕਰ ਆਉਂਦਾ ਹੈ। ਉਹ ਮੁਨਸ਼ੀ ਪ੍ਰੇਮ ਚੰਦ ਨੇ ਇੱਕ ਸਟੋਰੀ ਲਿਖੀ ਸੀ ਮੈਜ਼ਨੀ ਦੇ ਉੱਤੇ, ਇਟਲੀ ਦੇ ਇੱਕ ਸੀਗੇ, ਕਿ ਵੀ ਜ਼ਿੰਦਗੀ 'ਚ ਪਿਆਰ ਜਿਹੜਾ ਹੈ ਉਹ ਸਿਰਫ ਜਜ਼ਬਾ ਹੀ ਨਹੀਂ ਹੁੰਦਾ, ਮਤਲਬ ਉਹ ਤੁਹਾਨੂੰ ਬਹੁਤ ਉਭਾਰਦਾ ਹੈ। ਅਗਰ ਤੁਹਾਡਾ ਸਾਥੀ ਜਿਹੜਾ ਤੁਹਾਨੂੰ ਪਿਆਰ ਕਰਦਾ ਹੈ, ਉਹਦੀ ਚਿੱਠੀ ਤੁਹਾਨੂੰ ਬਦਲ ਸਕਦੀ ਹੈ। ਤਾਂ ਉਹਨਾਂ ਨੇ ਉਹ ਵੀ ਆਪਣੇ ਜ਼ਿਕਰ ਕੀਤਾ। ਤਾਂ ਇਸ ਕਰਕੇ ਉਹਨਾਂ ਦਾ ਇੱਕ ਤਾਂ ਲਿਟਰੇਚਰ ਪੜ੍ਹਨ ਵਿੱਚ ਬਹੁਤ ਇੰਟਰਸਟ ਸੀ, ਔਰ ਮੈਂ ਸਮਝਦਾ ਕਿ ਜਿਹੜੀ ਬਹੁਤ ਸਾਰੀ ਸਮਝਦਾਰੀ ਹੈ ਉਹ ਲਿਟਰੇਚਰ 'ਚੋਂ ਆਉਂਦੀ ਹੈ, ਹਾਰਡ ਥਿਊਰੀ 'ਚੋਂ ਨਹੀਂ ਆਉਂਦੀ। ਮਤਲਬ ਉਹਦੇ ਵਿੱਚ ਰੂਸੋ ਨੂੰ ਪੜ੍ਹਿਆ ਉਹਨਾਂ ਨੇ ਪਹਿਲਾਂ, ਫਰਾਂਸ ਦੇ ਸਾਰਿਆਂ ਨੂੰ,
ਫਿਰ ਅਮਰੀਕਾ ਵਿੱਚ ਆਪਟਨ ਸਿੰਕਲੇਅਰ, ਜੈਕ ਲੰਡਨ, ਈਮਾ ਗੋਲਡਮੈਨ, ਉਹਨਾਂ ਸਾਰਿਆਂ ਨੂੰ ਪੜ੍ਹਿਆ। ਤੇ ਇਹ ਸੀਗਾ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ, ਜਿੱਥੇ ਆਪਾਂ ਤੁਹਾਨੂੰ ਲੈ ਕੇ ਆਏ, ਇਹਦੇ ਨਾਲ ਦੀ ਜੁੜੀਆਂ ਹੋਈਆਂ ਯਾਦਾਂ ਵੀ ਤੁਹਾਨੂੰ ਸੁਣਾਈਆਂ। ਹੁਣ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਭਗਤ ਸਿੰਘ ਜੀ ਦੇ ਨਾਂ ਤੇ ਜਿਹੜਾ ਮਿਊਜ਼ੀਅਮ ਬਣਿਆ ਹੋਇਆ ਆ। ਉੱਥੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਨ੍ਹਾਂ ਨਾਲ ਤੁਹਾਨੂੰ ਜਾਣੂ ਕਰਾਵਾਂਗੇ। ਬਹੁਤ ਸਾਰੀਆਂ ਚੀਜ਼ਾਂ ਉੱਥੇ ਐਸੀਆਂ ਵੀ ਨੇ ਜਿਨ੍ਹਾਂ ਦਾ ਦਰਸ਼ਕਾਂ ਨੂੰ ਹਜੇ ਪਤਾ ਨਹੀਂ ਹੋਏਗਾ, ਉਹਨਾਂ ਦੇ ਬਾਰੇ ਵੀ ਸਾਰੀ ਇਨਫੋਰਮੇਸ਼ਨ ਲਵਾਂਗੇ ਪ੍ਰੋਫੈਸਰ ਜਗਮੋਹਨ ਜੀ ਤੋਂ। ਤੇ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਮਿਊਜ਼ੀਅਮ ਦੇ ਵੱਲ। ਤੁਸੀਂ ਦੇਖ ਸਕਦੇ ਹੋ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਸ਼ਹੀਦ ਭਗਤ ਸਿੰਘ ਜੀ ਦੇ ਮਿਊਜ਼ੀਅਮ ਦੇ ਬਾਹਰ। ਲੇਕਿਨ ਇਹਦੇ ਅੰਦਰ ਜਾਣ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਹੋਰ ਵੀ ਦਿਖਾਉਣਾ ਚਾਹਾਂਗੇ, ਇਹਦੇ ਅੰਦਰ ਵੀ ਲੈ ਕੇ ਜਾਵਾਂਗੇ ਤੁਹਾਨੂੰ। ਇਹਦੇ ਅੰਦਰ ਜਿਸ ਤਰੀਕੇ ਨਾਲ ਤਸਵੀਰਾਂ ਨੂੰ ਸੰਜੋ ਕੇ ਰੱਖਿਆ ਗਿਆ ਆ, ਹੋਰ ਬਹੁਤ ਸਾਰੀਆਂ ਯਾਦਾਂ ਰੱਖੀਆਂ ਗਈਆਂ ਨੇ, ਉਹਨਾਂ ਨੂੰ ਵੀ ਦਿਖਾਵਾਂਗੇ। ਉਹਨਾਂ ਦੇ ਨਾਲ ਜੁੜਦੀਆਂ ਹੋਈਆਂ ਕਹਾਣੀਆਂ ਨਾਲ ਵੀ ਤੁਹਾਨੂੰ ਜਾਣੂ ਕਰਵਾਵਾਂਗੇ। ਲੇਕਿਨ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਇੱਧਰ ਲੈ ਕੇ ਜਾਵਾਂਗੇ, ਜਿਹੜੀ ਮਿਊਜ਼ੀਅਮ ਦੇ ਬਿਲਕੁਲ ਆਪੋਜ਼ਿਟ ਡਾਇਰੈਕਸ਼ਨ ਦੇ ਮਿਊਜ਼ੀਅਮ ਦੇ ਵਿਹੜੇ ਦੇ ਵਿੱਚ ਇਹਨੂੰ ਨਾਲ ਰੱਖਿਆ ਗਿਆ ਹੈਗਾ। ਇਹ ਹੈਗੀ ਆ ਭਗਤ ਸਿੰਘ ਜੀ ਦੇ ਪਿਤਾ ਜੀ ਦੀ, ਸਰਦਾਰ ਕਿਸ਼ਨ ਸਿੰਘ ਜੀ ਦੀ ਸਮਾਧ ਇੱਥੇ ਬਣਾਈ ਗਈ ਹੈ। ਉਹਨਾਂ ਦੇ ਨਾਲ ਉਹਨਾਂ ਦੇ ਦੋਨੋਂ ਚਾਚਾ ਜੀ ਦੀ ਯਾਦ ਦੇ ਵਿੱਚ ਵੀ ਇਸ ਥਾਂ ਨੂੰ ਰੱਖਿਆ ਗਿਆ। ਇਸ ਬਾਰੇ ਥੋੜੀ ਜੀ ਜਾਣਕਾਰੀ ਲਵਾਂਗੇ, ਜਗਮੋਹਨ ਜੀ ਤੋਂ ਜਾਣਕਾਰੀ ਲਵਾਂਗੇ। ਜਗਮੋਹਨ ਜੀ, ਇਸ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿਸ ਤਰੀਕੇ ਨਾਲ ਇੱਥੇ ਬਣਾਉਣ ਦਾ ਫੈਸਲਾ ਕੀਤਾ ਗਿਆ। 1947 ਤੋਂ ਬਾਅਦ ਮਤਲਬ ਉਹਨਾਂ ਦੇ ਪਿਤਾ ਜੀ ਤੇ ਜਿਵੇਂ ਆਪਾਂ ਘਰ ਗੱਲ ਕੀਤੀ, ਉਹ ਸਾਰਾ ਪਰਿਵਾਰ ਇੱਥੇ ਆ ਗਏ ਸੀਗੇ ਤੇ ਸਾ ਕਿਸ਼ਨ ਸਿੰਘ ਹੁਣੀ ਇੱਥੇ ਹੀ ਰਹੇ। ਤੇ ਉਹਨਾਂ ਦੀ ਡੈਥ ਜਿਹੜੀ ਹੈਗੀ ਹੈ ਉਹ 26 ਮਈ 1951 ਨੂੰ ਖਟਕੜ ਕਲਾਂ ਹੋਈ। ਤੇ ਉਹ ਖੇਤਾਂ 'ਚ ਸੀ। ਪਹਿਲਾਂ ਉੱਥੇ ਇੱਕ ਯਾਦਗਾਰ ਜੀ ਬਣੀ ਹੋਈ ਸੀ, ਲੇਕਿਨ ਫਿਰ ਜਦੋਂ ਇੱਥੇ ਹੋਇਆ ਤੇ ਫਿਰ ਇਹ ਵਿਚਾਰ ਕੀਤਾ ਕਿ ਉਹਨੂੰ ਇੱਥੇ ਕੀਤਾ ਜਾਵੇ। ਤੋਂ ਉਹਨਾਂ ਦੀ ਟ੍ਰਿਬਿਊਟ ਟੂ ਸਾ ਕਿਸ਼ਨ ਸਿੰਘ, ਮਤਲਬ ਇਹ ਜਿਹੜੀ ਹੈ ਇਹ ਯਾਦਗਾਰ ਉਹਨਾਂ ਦੀ ਬਣੀ। ਫਿਰ ਹੈ ਕਿ ਕਿਉਂਕਿ ਸਾਰਾ ਪਰਿਵਾਰ ਹੀ ਇਹਦੇ 'ਚ ਰਿਹਾ, ਤੇ ਸਾ ਅਜੀਤ ਸਿੰਘ ਤੇ ਸਾ ਸਵਰਨ ਸਿੰਘ ਜਿਹੜੇ ਉਹਨਾਂ ਤੋਂ ਛੋਟੇ ਸੀ, ਉਹ ਵੀ ਇੱਥੇ ਪੈਦਾ ਹੋਏ। ਤੋਂ ਉਹਨਾਂ ਦੀ ਤਿੰਨਾਂ ਦੀ ਜਿਹੜੀ ਹੈ ਉਹ ਵੀ ਨਾਲ ਮਤਲਬ ਯਾਦਗਾਰ ਬਣ ਗਈ। ਹੁਣ ਰੁਕ ਕਰਦੇ ਹਾਂ ਜਗਮੋਹਨ ਜੀ ਮਿਊਜ਼ੀਅਮ ਦੇ ਵੱਲ। ਮਿਊਜ਼ੀਅਮ ਦੀ ਥੋੜੀ ਜੀ ਜਾਣਕਾਰੀ ਦਿਓ ਕਿ ਕਿਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ ਕਿ ਇੱਥੇ ਮਿਊਜ਼ੀਅਮ ਬਣੂਗਾ, ਔਰ ਕੀ ਕੀ ਚੀਜ਼ਾਂ ਨੂੰ ਅੰਦਰ ਸੰਜੋ ਕੇ ਰੱਖਿਆ ਗਿਆ ਆ। ਪਹਿਲਾਂ ਤਾਂ ਕਿ ਇਹਦਾ ਤੇ ਬਹੁਤ ਪਹਿਲਾਂ ਜਿੱਦਾਂ ਕਿਉਂਕਿ ਹਰ ਸਾਲ ਮੇਲਾ ਲੱਗਦਾ ਸੀ, ਤੇ ਉਹਨਾਂ ਦੇ ਪਿਤਾ ਜੀ ਨੇ ਇਹ ਫੈਸਲਾ ਲਿਆ ਕਿ ਵੀ ਭਗਤ ਸਿੰਘ ਦੀ ਆਪਣੀ ਥਾਂ ਹੋਣੀ ਚਾਹੀਦੀ ਜਿੱਥੇ ਮੇਲਾ ਲੱਗੇ। ਤੋਂ ਆ ਜਿਹੜਾ ਆਪਾਂ ਅਗਲਾ ਪੋਰਸ਼ਨ ਦੇਖ ਰਹੇ ਹਾਂ, ਇਹ ਸਾਰਾ ਪੋਰਸ਼ਨ ਭਗਤ ਸਿੰਘ ਦੇ ਨਾਂ ਅੱਜ ਵੀ ਰਿਕਾਰਡ 'ਚ ਹੈ। ਤੇ ਉਹਦੀ ਜ਼ਿੰਮੇਵਾਰੀ ਉਦੋਂ ਕਾਂਗਰਸ ਨੂੰ ਦਿੱਤੀ ਸੀ, ਹੁਣ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੈ। ਔਰ ਉਦੋਂ ਫਿਰ ਇੱਥੇ ਹਾਲ ਬਣਾਇਆ ਗਿਆ। ਮੇਰੇ ਮਦਰ ਨੇ ਕਾਫੀ ਲੋਕਾਂ ਨੂੰ ਕੀਤਾ, ਉਹਨਾਂ ਨੇ ਕੰਟਰੀਬਿਊਟ ਕੀਤਾ। ਤੇ ਉਹਦੇ 'ਚ ਸੀ ਵੀ ਹਾਲ ਵਿੱਚ ਲੋਕ ਬੁੱਤ ਪੂਜ ਕੇ ਚਲੇ ਜਾਂਦੇ ਨੇ, ਉਹ ਕੁਝ ਵਕਤ ਬਿਤਾ ਸਕਣ ਜਿਹਦੇ 'ਚੋਂ ਜਾਣਕਾਰੀ ਉਹਨਾਂ ਬਾਰੇ ਮਤਲਬ ਮਿਲ ਸਕੇ। ਤੇ ਉਹਦੇ ਵਾਸਤੇ ਫਿਰ ਇਹ ਮਤਲਬ ਹਾਲ ਦੇ ਵਿੱਚ ਮਤਲਬ ਇੱਕ ਵਕਤ ਸਰਕਾਰ ਨੂੰ ਵੀ ਖਿਆਲ ਆਇਆ ਕਿ ਕੁਝ ਹੋਣਾ ਚਾਹੀਦਾ। ਤੇ ਉਹ ਮਤਲਬ ਇੱਕ ਚੰਗੇ ਫੋਟੋਗ੍ਰਾਫਰ ਸੀ ਜੈਤੇਕ ਸਿੰਘ, ਉਹ ਤੇ ਮੈਂ ਹਫਤੇ ਦੇ ਵਿੱਚ ਉਹਨੂੰ ਇੱਕ ਫੋਟੋ ਗੈਲਰੀ 'ਚ ਕਨਵਰਟ ਕਰਤਾ ਸੀ। ਲੇਕਿਨ ਹੁਣ ਇੱਥੇ ਜਿਹੜੀ ਹੈਗੀ ਹੈ ਕਿ ਉਹ ਜਿਹੜੀਆਂ ਜਦੋਂ ਤਾਂ ਉਹਨਾਂ ਦੇ ਮਾਤਾ ਜੀ ਨੇ ਤਿੰਨਾਂ ਦੀਆਂ ਨਿਸ਼ਾਨੀਆਂ ਆਪਣੇ ਕੋਲ ਰੱਖੀਆਂ ਹੋਈਆਂ ਸੀ, ਔਰ ਉਹ ਨਿਸ਼ਾਨੀਆਂ ਜਿਹੜੀਆਂ ਨੇ ਉਹ ਇੱਥੇ ਮਤਲਬ ਟਰਾਂਸਫਰ ਕੀਤੀਆਂ ਗਈਆਂ। ਔਰ ਇਹ ਉਹਨਾਂ ਦਾ ਕਹਿਣਾ, ਉਹਨਾਂ ਦੇ ਮਾਤਾ ਜੀ ਦਾ, ਕਿ ਮੇਰਾ ਮੁੰਡਾ ਇਕੱਲਾ ਖੜਾ ਨਹੀਂ ਚੰਗਾ ਲੱਗਦਾ, ਉਹ ਆਪਣੇ ਸਾਥੀਆਂ ਨਾਲ ਹੀ ਖੜਾ ਚੰਗਾ ਲੱਗਦਾ ਹੈ। ਇਸ ਕਰਕੇ ਤੁਸੀਂ ਦੇਖਿਆ ਕਿ ਪਿਛਲੇ ਸਮੇਂ 'ਚ ਇੱਕ ਰਿਵਾਜ ਆਇਆ ਕਿ ਤਿੰਨਾਂ ਦੇ ਬੁੱਤ ਇਕੱਠੇ ਲੱਗਣੇ ਸ਼ੁਰੂ ਹੋਏ। ਲੁਧਿਆਣੇ ਤੋਂ ਸ਼ੁਰੂ ਹੋਇਆ, ਦਿੱਲੀ ਵਿੱਚ ਵੀ ਹੈ, ਹੁਸੈਨੀ ਵਾਲੇ ਵੀ ਹੈ। ਤੋਂ ਉਹ ਉਹਨਾਂ ਦੀ ਜਿਹੜੀ ਮਤਲਬ ਏਕਤਾ ਦੀ ਕਨਸੈਪਟ ਮਤਲਬ ਸੀਗੀ, ਉਹ ਇੱਕ ਮਦਰ ਦੇ ਤੌਰ ਤੇ ਕਿ ਉਹ ਮਤਲਬ ਉਹਨਾਂ ਨੇ ਕੀਤਾ। ਇਸ ਦੇ ਨਾਲ ਹੀ ਦਰਸ਼ਕਾਂ ਨੂੰ ਅੰਦਰ ਲੈ ਕੇ ਚੱਲਦੇ ਹਾਂ, ਮਿਊਜ਼ੀਅਮ ਦੇ ਅੰਦਰ ਜਾ ਕੇ ਸਾਰੀ ਚੀਜ਼ਾਂ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਨਾਲ ਅੰਦਰ ਤਸਵੀਰਾਂ ਨੂੰ ਸੰਜੋ ਕੇ ਰੱਖਿਆ ਗਿਆ ਆ। ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪਹਿਲੀ ਗੈਲਰੀ ਜਿਹੜੀ ਹੈਗੀ ਹੈ ਸ਼ਹੀਦ ਭਗਤ ਸਿੰਘ ਮਿਊਜ਼ੀਅਮ ਦੀ, ਉਹਦੇ ਵਿੱਚ ਇਸ ਵਕਤ ਖੜੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਥੇ ਇਹ ਸੀਨ ਜਿਹੜਾ ਆ ਕ੍ਰੀਏਟ ਕੀਤਾ ਗਿਆ ਆ, ਇਹ ਜਲਿਆਂਵਾਲੇ ਬਾਗ ਦਾ ਬਣਾਇਆ ਗਿਆ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਸਟੈਚੂਜ਼ ਬਣਾਏ ਗਏ ਨੇ ਉਹ ਕਿੰਨੇ ਰੀਅਲ ਲੱਗਦੇ ਨੇ। ਇਹਨਾਂ ਨੂੰ ਤੁਸੀਂ ਇੱਥੇ ਅੰਦਰ ਆ ਕੇ ਆਪਣੇ ਆਪ ਦੇ ਵਿੱਚ ਅੰਦਾਜ਼ਾ ਲਗਾ ਸਕਦੇ ਹੋ, ਤੁਹਾਡੇ ਰੂਹ ਕੰਡੇ ਖੜੇ ਹੋ ਜਾਣਗੇ। ਇੱਥੇ ਤੁਸੀਂ ਧਰਮਾਂ ਨੂੰ ਵੀ ਦੇਖ ਸਕਦੇ ਹੋ ਕਿ ਇੱਥੇ ਧਰਮਾਂ ਦੇ ਸਾਰੀ ਚੀਜ਼ਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਆ। ਜੇਕਰ ਮੈਂ ਤੁਹਾਡੇ ਤੋਂ ਪੁੱਛਾਂ ਇਹਦੇ ਪਿੱਛੇ ਦਾ ਕੀ ਐਸਾ ਮੋਟਿਵ ਸੀਗਾ ਕਿ ਇਹਨੂੰ ਇਸ ਤਰੀਕੇ ਨਾਲ ਉਹਦੇ ਸੀ ਵੀ ਤੁਸੀਂ ਮਤਲਬ ਇੱਕ ਵਿਜ਼ੂਅਲ, ਕਿਉਂਕਿ ਐਜੂਕੇਸ਼ਨ ਦਾ ਦੋ ਹੈਗਾ, ਇੱਕ ਤਾਂ ਵਿਜ਼ੂਅਲ ਹੈ। ਵੈਸੇ ਜਿੱਦਾਂ ਇੱਧਰ ਇੱਕ ਨਾਲ ਮਤਲਬ ਵੀ ਚੱਲ ਰਹੀ ਹੈਗੀ ਹੈ, ਵੀਡੀਓ ਚੱਲ ਰਹੀ ਹੈ,
ਤੁਹਾਨੂੰ ਹਿਸਟਰੀ ਦੇ ਨਾਲ ਕਰਨ ਲਈ ਤਾਂ ਵਿਜ਼ੂਅਲ ਇਫੈਕਟ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਸੋ ਆਰਟਿਸਟਿਕਲੀ ਦੇ ਥਾਟ ਇਟ ਹੁਣ ਇਹ ਕੂਕਾ ਮੂਵਮੈਂਟ ਦੇ ਰਿਪਰੈਜ਼ੈਂਟੇਟਿਵ ਹੈ ਕਿ ਜਿਵੇਂ ਮਤਲਬ 68 ਕੂਕਿਆਂ ਨੂੰ ਤੋਪਾਂ ਅੱਗੇ ਉਡਾਇਆ ਗਿਆ ਸੀ ਤਾਂ ਉਹਦਾ ਸੀਨ ਕ੍ਰੀਏਟ ਕੀਤਾ ਹੋਇਆ। ਤਾਂ ਇਹ ਮਤਲਬ ਕਿ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ 1857 ਫਿਰ 1872 ਤੋਂ ਮਤਲਬ ਕੂਕਾ ਮੂਵਮੈਂਟ ਦਾ, ਫਿਰ ਉਸਤਾਦ ਅਜੀਤ ਸਿੰਘ ਉਹਨਾਂ ਦਾ ਮਤਲਬ ਪਗੜੀ ਸੰਭਾਲ ਜੱਟਾ, ਫਿਰ ਉਸ ਤੋਂ ਬਾਅਦ ਗਦਰ ਦਾ। ਤਾਂ ਉਹ ਇੱਕ ਤੁਹਾਨੂੰ ਮਤਲਬ ਉਸ ਤੋਂ ਬਾਅਦ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਮਤਲਬ ਗਿਆ ਸੀ ਮਤਲਬ ਉਹਦਾ, ਕਿਉਂਕਿ ਇਹ ਜਿੱਦਾਂ ਸਾਰਾ ਫੈਮਿਲੀ ਟਰੀ ਬਣਿਆ ਹੋਇਆ ਮਤਲਬ ਇਹਦੇ ਬਾਰੇ ਥੋੜਾ ਜੀ ਨਾ ਜਾਣਕਾਰੀ ਦਿਓ ਦਰਸ਼ਕਾਂ ਨੂੰ। ਕਿ ਵੀ ਉਹਨਾਂ ਦੇ ਦਾਦਾ ਜੀ ਪੜਦਾਦਾ ਜੀ ਜਿਹੜੇ ਫਤਿਹ ਸਿੰਘ ਸੀ ਇਹ ਉਹਨਾਂ ਦਾ ਹੈਗਾ। ਉਹਨਾਂ ਦੇ ਬੇਟੇ ਸਨ ਖੇਮ ਸਿੰਘ। ਖੇਮ ਸਿੰਘ ਬਹੁਤ ਯੰਗ ਏਜ ਵਿੱਚ ਮਤਲਬ ਡੈਥ ਹੋ ਗਈ ਸੀ, ਇਸ ਕਰਕੇ ਇਹਨਾਂ ਦਾ ਸਾਰਾ ਪ੍ਰਭਾਵ ਰਿਹਾ। ਸੋ ਇਹ ਤਿੰਨ ਫੈਮਿਲੀਜ਼ ਜਿਹੜੀਆਂ ਨੇ, ਕਿਉਂਕਿ ਮਤਲਬ ਸੁਰਜਨ ਸਿੰਘ ਉਹਨਾਂ ਦੇ ਵੱਡੇ ਭਰਾ ਸੀ ਅਤੇ ਇਹ ਮਤਲਬ ਉਹਨਾਂ ਦੀ ਦਾਦੀ ਜਿਹੜੀ ਜੈ ਕੌਰ ਅਤੇ ਦੋਨਾਂ ਲੇਡੀਜ਼ ਨੂੰ ਅਤੇ ਦੋਵਾਂ ਨੂੰ ਰੱਖਿਆ ਗਿਆ ਅਤੇ ਉਹ ਜੈ ਕੌਰ ਅਤੇ ਮਤਲਬ ਸਰਜਨ ਸਿੰਘ ਉਹਨਾਂ ਦਾ ਮਤਲਬ ਹੈ। ਤੋ ਉਹਦੇ ਤੋਂ ਬਾਅਦ ਫਿਰ ਮਤਲਬ ਜਿੱਦਾਂ ਇਸ ਅਰਜਨ ਸਿੰਘ ਉਹਨਾਂ ਦੀ ਜਿਹੜੀ ਫੈਮਿਲੀ ਹੈ, ਕਿਉਂਕਿ ਉਹ ਤਿੰਨ ਭਰਾ ਸੀਗੇ, ਮੇਹਰ ਸਿੰਘ, ਸੁਰਜਨ ਸਿੰਘ ਅਤੇ ਅਰਜਨ ਸਿੰਘ। ਉਹਨਾਂ ਦੇ ਜਿਹੜੇ ਹੈਗੇ ਫਿਰ ਗਾਂ ਤਿੰਨ ਬੱਚੇ ਹੋਏ, ਸਰ ਕਿਸ਼ਨ ਸਿੰਘ, ਸਰ ਅਜੀਤ ਸਿੰਘ ਅਤੇ ਸਰ ਸਵਰਨ ਸਿੰਘ। ਮਤਲਬ ਸਰ ਜਿਹੜੇ ਮਾਤਾ ਜੀ ਸੀ ਉਹਨਾਂ ਦਾ ਨਾਂ ਵਿਦਿਆਵਤੀ ਸੀ, ਮਤਲਬ ਕਿਸ਼ਨ ਸਿੰਘ ਅਤੇ ਵਿਦਿਆਵਤੀ, ਸਰ ਅਜੀਤ ਸਿੰਘ ਅਤੇ ਹਰਨਾਮ ਕੌਰ, ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਮਤਲਬ ਕਸੂਰ ਤੋਂ ਆਏ ਸੀ ਔਰ ਬੜਾ ਮਤਲਬ ਸੂਫੀਵਾਦ ਐਕਚੁਅਲੀ ਘਰ 'ਚ ਲਿਆਂਦਾ ਜਿਹੜਾ ਐਟੀਟਿਊਡ 'ਚ ਹੀ ਹੈ। ਇਹ ਮਾਂ ਜੀ ਹੁਕਮ ਕੌਰ ਅਤੇ ਸਵਰਨ ਸਿੰਘ ਉਹਨਾਂ ਦਾ। ਸਵਰਨ ਸਿੰਘ ਉਹਨਾਂ ਦੀ ਡੈਥ 1910 ਵਿੱਚ ਹੀ ਮਤਲਬ ਹੋਈ, ਜੇਲ੍ਹ 'ਚ ਹੋ ਗਈ। ਤੋ ਇਹ ਤਿੰਨੇ ਸਰ ਅਜੀਤ ਸਿੰਘ ਜਿਹੜੇ ਨੇ ਉਹ ਫਿਰ 1909 'ਚ 40 ਸਾਲ ਲਈ ਬਾਹਰਲੇ ਦੇਸ਼ਾਂ 'ਚ ਉੱਥੇ ਗਦਰ ਪਾਰਟੀ ਬਣਾਉਣ ਦਾ ਦੂਜਾ ਸਾਰਾ, ਉਹ ਜਦੋਂ ਵਾਪਸ ਆਏ 15 ਅਗਸਤ 1947 ਨੂੰ ਹੀ ਉਹਨਾਂ ਦੀ ਡੈਥ ਹੋਈ। ਉਹ ਡਲਹੌਜ਼ੀ ਜਿੱਦਣ ਝੰਡਾ ਚੜ੍ਹ ਰਿਹਾ ਸੀ ਉਹ ਉਦਣ ਉਹਨਾਂ ਦੀ ਸਵੇਰੇ 3 ਵਜੇ ਉਹਨਾਂ ਨੇ ਪ੍ਰਾਣ ਤਿਆਗੇ। ਅਤੇ ਫਿਰ ਕਿਉਂਕਿ ਇਹਨਾਂ ਦੇ ਤੇ ਸਵਰਨ ਸਿੰਘ ਦੇ ਅੱਗੇ ਜਿਹੜੇ ਬੱਚੇ ਸੀਗੇ ਉਹਦੇ ਵਿੱਚ ਇਹ ਹੈਗਾ ਕਿ ਜਗਤ ਸਿੰਘ ਛੋਟੇ ਸੀ। ਫਿਰ ਉਸ ਤੋਂ ਬਾਅਦ ਉਹਨਾਂ ਦੀ 11 ਸਾਲ ਦੀ ਉਮਰ, ਜਦੋਂ ਅੱਜ ਫਲੂ ਹੈ ਇੱਦਾਂ ਇੱਕ 1918 'ਚ ਫਲੂ ਆਇਆ ਸੀ, ਉਹਨੇ ਬਹੁਤ ਤਬਾਹੀ ਕੀਤੀ ਸੀ ਅਤੇ ਉਹਦੇ 'ਚ ਡੈਥ ਹੋ ਗਈ ਸੀ ਉਹਨਾਂ ਦੀ। ਅਤੇ ਫਿਰ ਭਗਤ ਸਿੰਘ ਹੋਣੀ ਨੇ, ਅਤੇ ਫਿਰ ਉਸ ਤੋਂ ਬਾਅਦ ਮੇਰੇ ਮਦਰ ਨੇ, ਕਿਉਂਕਿ ਉਹ ਭਗਤ ਸਿੰਘ ਉਹਨਾਂ ਤੋਂ ਛੋਟੇ ਸੀਗੇ। ਫਿਰ ਕੁਲਬੀਰ ਸਿੰਘ ਹੋਣੀ ਨੇ ਬ੍ਰਦਰ ਉਹਨਾਂ ਦੇ, ਕੁਲਤਾਰ ਸਿੰਘ ਬ੍ਰਦਰ ਨੇ, ਪ੍ਰਕਾਸ਼ ਕੌਰ, ਇਹਨਾਂ ਨੂੰ ਘਰ ਵਿੱਚ ਸ਼ਕੁੰਤਲਾ ਸਮਿਤਰਾ ਵੀ ਕਹਿੰਦੇ ਸੀ, ਤੋਂ ਬਾਅਦ ਵਿੱਚ ਪ੍ਰਕਾਸ਼ ਕੌਰ ਦਾ ਹੈ। ਫਿਰ ਉਹਨਾਂ ਦੀ ਇੱਕ ਛੋਟੀ ਭੈਣ ਸ਼ਕੁੰਤਲਾ ਸੀਗੀ, ਔਰ ਫਿਰ 2 ਬ੍ਰਦਰ ਰਜਿੰਦਰ ਸਿੰਘ ਅਤੇ ਰਣਬੀਰ ਸਿੰਘ ਮਤਲਬ ਹੈਗੇ। ਤੋਂ ਇਹ ਫੈਮਿਲੀ ਟਰੀ ਹੈਗਾ। ਇਹ ਇੱਕ ਉਹਨਾਂ ਨੇ ਜਾਣ ਵੇਲੇ ਕਿਤਾਬ ਲਿਖੀ ਸੀ, ਮਤਲਬ ਇਹਦਾ ਨਾਮ ਮਹਿਬਾਨੇ ਵਤਨ, ਪਿਆਰ ਕਰਨ ਵਾਲੇ ਦੇਸ਼ ਪ੍ਰੇਮੀ। ਇਹ ਮੈਂ ਤੁਹਾਨੂੰ ਪੰਜਾਬੀ 'ਚ ਦਿਆਂਗਾ, ਉਹਦਾ ਅਸੀਂ ਟਰਾਂਸਲੇਸ਼ਨ ਕੀਤਾ। ਫਿਰ ਇਹ ਜਿੱਦਾਂ ਉਹਨਾਂ ਦੀ ਦੁਆਤ ਜਿਹੜੀ ਹੈ ਮੈਨੂੰ ਬੜੀ ਫੈਂਸੀ ਲੱਗਦੀ ਕਿ ਵੀ ਉਹਦੇ 'ਚ ਉਹਨਾਂ ਕੀ ਮਤਲਬ ਹੁੰਦਾ ਹੈ। ਫਿਰ ਉਹਨਾਂ ਦੀ ਟਾਈ ਅਤੇ ਇਹ ਮਤਲਬ ਉਹਨਾਂ ਦੀ ਪੈਂਟ ਸੀਗੀ। ਤੋ ਇਹ ਬੜਾ ਇੰਟਰਸਟਿੰਗ ਹੈਗਾ ਕਿ ਮਤਲਬ ਸਰ ਅਰਜਨ ਸਿੰਘ ਉਹਨਾਂ ਦੇ ਘਰ 'ਚ ਇੱਕ ਟੀਚਰ ਸੀਗੇ, ਇੱਕ ਪੰਡਤ ਸੀ, ਤਾਂ ਕਿ ਉਹਨਾਂ ਦਾ ਇੱਕ ਆਪਣਾ ਇੰਟਲੈਕਚੁਅਲ ਗਰੁੱਪ ਬਣਿਆ ਹੋਇਆ ਸੀ। ਤੋ ਪੰਡਤ ਨੂੰ ਲੱਗਾ ਕਿ ਵੀ ਭਗਤ ਸਿੰਘ ਦੀ ਮੈਂ ਜਨਮ ਪੱਤਰੀ ਬਣਾਵਾਂ, ਤਾਂ ਉਹਨੇ ਇਹ ਜਨਮ ਪੱਤਰੀ ਬਣਾਈ ਸੀਗੀ। ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀ ਇਹ ਉਹ ਖੂਨ ਦੇ ਭਿੱਜੇ ਹੋਏ ਰੋੜੇ ਨੇ, ਮਤਲਬ ਇਹਨਾਂ 'ਤੇ ਖੂਨ ਨਜ਼ਰ ਆਉਂਦਾ ਸੀ, ਹੁਣ ਮੱਧਮ ਹੋ ਗਿਆ। ਇਹ ਉਹ ਰੇਤ ਅਤੇ ਰੋੜੇ ਨੇ ਜਿਹੜੇ ਮੇਰੇ ਮਦਰ ਆਪਣੀਆਂ 5 ਸਹੇਲੀਆਂ ਨਾਲ, ਉਹਦੇ 'ਚ ਲਾਲਾ ਲਾਜਪਤ ਰਾਏ ਦੀ ਬੇਟੀ ਵੀ ਸੀ, ਉਹ ਉੱਥੋਂ ਮਤਲਬ ਸਵੇਰੇ 24 ਤਰੀਕ ਨੂੰ ਲੈ ਕੇ ਆਏ ਸੀਗੇ, ਕਿਉਂਕਿ ਉਹਨਾਂ ਦੇ ਸਾਰੇ ਸਾਥੀਆਂ ਦਾ ਜਿਹੜਾ ਉਸ ਵੇਲੇ ਪੋਸਟਰ ਛਪਿਆ ਸਮਾਂ ਹੈ। ਇਸੇ ਤਰ੍ਹਾਂ ਇਹ ਰੈਪਲੀਕਾ ਬਣਾਏ ਨੇ ਭਗਤ ਸਿੰਘ ਦੀ ਫਿਰੋਜ਼ ਸ਼ਾਹ ਕੋਟਲਾ ਮੀਟਿੰਗ ਦਾ, ਨੈਸ਼ਨਲ ਕਾਲਜ ਦਾ ਰੈਪਲੀਕਾ ਹੈ ਕਿ ਪਹਿਲੀ ਵਾਰੀ ਉਹਨਾਂ ਨੂੰ ਜਦੋਂ ਗ੍ਰਿਫਤਾਰੀ ਹੋਈ ਉਹਨਾਂ ਦੀ 29 ਮਈ ਨੂੰ ਹੋਈ ਸੀਗੀ, ਅਤੇ ਉਦੋਂ ਉਹਨਾਂ ਨੂੰ ਮਤਲਬ 4 ਜੁਲਾਈ ਤੱਕ ਪੁਲਿਸ ਨੇ ਆਪਣੇ ਕਬਜ਼ੇ 'ਚ ਰੱਖਿਆ ਸੀ, ਔਰ ਉਹ ਉਹਨਾਂ ਨੇ ਪੂਰਾ ਮਤਲਬ ਇਹਨਾਂ ਨੂੰ ਭੰਨਣ ਦੀ ਕੋਸ਼ਿਸ਼ ਕੀਤੀ। ਔਰ ਉਦੋਂ ਹੀ ਭਗਤ ਸਿੰਘ ਕਹਿੰਦੇ ਕਿ ਉਦੋਂ ਮੈਂ ਆਪਣੇ ਆਪ 'ਚ ਯਕੀਨ ਕਰ ਸਕਿਆ ਕਿ ਕੀ ਮੈਂ ਰੱਬ ਦੇ ਸਹਾਰੇ ਜੀਊਂਗਾ ਕਿ ਮੈਂ ਆਪਣੇ ਵਿਚਾਰਾਂ ਦੇ ਸਹਾਰੇ ਜੀਊਂਗਾ। ਕਹਿੰਦਾ ਮੇਰਾ ਟੈਸਟ ਪਹਿਲਾਂ ਇਹ ਸੀਗਾ। ਤਾਂ ਇਹ ਫੋਟੋ ਚੋਰੀ ਪੁਲਿਸ ਵਾਲਿਆਂ ਨੇ ਲਈ ਸੀ। ਆ ਜਿਹੜਾ ਇਹ ਰੈਪਲੀਕਾ ਹੈਗਾ ਅਸੈਂਬਲੀ ਦਾ, ਅਤੇ ਉਹਦੇ ਵਿੱਚ ਭਗਤ ਸਿੰਘ ਉਹਨਾਂ ਦਾ
ਮਤਲਬ ਐਂਟਰ ਕਰਨਾ, ਮਤਲਬ ਜਿਹਦੇ 'ਚ ਮੈਂ ਸਮਝਦਾ ਦੋ ਚੀਜ਼ਾਂ ਸਾਨੂੰ ਖਿਆਲ ਕਰੀਏ ਕਿ 21.5 ਸਾਲ ਦਾ ਭਗਤ ਸਿੰਘ, 18.5 ਸਾਲ ਦੇ ਉਹਨਾਂ ਦੇ ਸਾਥੀ ਬੀਕੇ ਦੱਤ, ਉਹ ਗਏ ਔਰ ਇੱਥੇ ਜਾ ਕੇ ਉਹਨਾਂ ਨੇ ਮਤਲਬ ਇੱਕ ਸਵਾਲ ਖੜਾ ਕੀਤਾ ਕਿ ਵੀ ਸਾਡੇ ਲੋਕਾਂ ਦੀ ਮੰਦਭਾਗੀ ਕਿਉਂ ਹੈ, ਕਿਸਾਨ ਮਤਲਬ ਸੰਕਟ 'ਚ ਹੈ, ਗਰੀਬ ਆਦਮੀ ਹੈ, ਤੇ ਉਹ ਸੰਕਟ ਦਾ ਕਾਰਨ ਕੀ ਹੈ। ਤੇ ਉਹਨਾਂ ਕਿਹਾ ਮੈਂ ਇੱਕ ਨਾਅਰਾ ਦੇ ਰਿਹਾ ਔਰ ਉਹ ਨਾਅਰਾ ਹੈਗਾ ਸਾਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ। ਤੇ ਸਾਮਰਾਜ ਇੱਕ ਲੁੱਟ ਦਾ ਤਰੀਕਾ ਹੈ ਜਿਹਨੂੰ ਉਹਨਾਂ ਨੇ ਬੜੇ ਸਿੰਪਲ ਸ਼ਬਦਾਂ 'ਚ ਕਿਹਾ ਕਿ ਇੱਕ ਦੇਸ਼ ਦੂਜੇ ਦੇਸ਼ ਨੂੰ ਕਿਵੇਂ ਲੁੱਟਦਾ ਹੈ, ਇਹ ਸਾਮਰਾਜਵਾਦ ਹੁੰਦਾ ਹੈ। ਤਾਂ ਉਹ ਅੱਜ ਕਾਰਪੋਰੇਟ ਹੈ। ਔਰ ਭਗਤ ਸਿੰਘ ਉਹਨਾਂ ਨੇ ਵੀ ਇੱਕ ਆਪਣਾ ਆਖਰੀ ਪ੍ਰੋਗਰਾਮ ਇਹ ਕਿਹਾ ਸੀ ਵੀ ਸੰਪੂਰਨ ਆਜ਼ਾਦੀ ਤੇ ਹੋ ਗਈ, ਲੇਕਿਨ ਸੰਪੂਰਨ ਆਜ਼ਾਦੀ ਦਾ ਜਿਹੜਾ ਫਲ ਹੈ ਉਹ ਲੋਕਾਂ ਨੂੰ ਕਿਵੇਂ ਮਿਲੇਗਾ। ਫਿਰ ਹੈ ਕਿ ਇਹ ਕੁਛ ਉਸ ਵਕਤ ਦੀਆਂ ਜਿਹੜੀਆਂ ਬੰਬ ਐਕਸਪਲੋਜਨ ਤੇ ਕਿਹੜੀ ਖਬਰਾਂ ਛਪੀਆਂ, ਮਤਲਬ ਉਹਦੀ ਮਤਲਬ ਹੈਗੀ ਹੈ। ਇਹ ਸਾਰੀ ਕਾਪੀਜ਼ ਇੱਥੇ ਉਹ ਨੇ ਜਿਹੜੀਆਂ ਜਿਸ ਵਕਤ ਬੰਬ ਐਕਸਪਲੋਜਨ ਹੋਇਆ ਸੀਗਾ। ਟ੍ਰਿਬਿਊਨ ਨੇ 10 ਅਪ੍ਰੈਲ 1929 ਨੂੰ ਰਿਪੋਰਟ ਕੀਤਾ ਤੇ ਉਹਦਾ ਮਤਲਬ ਜਿਹੜਾ ਡਿਫਰੈਂਟ ਉਹ ਖਬਰ ਕੀ ਸੀਗੀ ਤਾਂ ਕਿ ਲੋਕ ਉਹਨੂੰ ਉਸ ਵੇਲੇ ਦੇਖ ਸਕਦੇ ਨੇ। ਜੀ ਨੋਟਬੁੱਕ ਹੈ ਇਹ, ਮਤਲਬ ਉਹਦੇ ਪੇਜਸ ਨੇ। ਅੱਛਾ। ਹਾਂ, ਉਹਦੇ 'ਚ ਕੁਝ ਓਰੀਜਨਲ ਮੈਂ ਇੱਥੇ ਪਹਿਲਾਂ ਰੱਖਤੇ ਸੀ। ਜਿਹੜਾ ਪਹਿਲਾ ਪੇਜ ਹੈ ਤੇ ਦੂਸਰਾ ਪੇਜ ਹੈ, ਕਿਉਂਕਿ ਮੈਂ ਕਾਪੀ ਕੀਤਾ ਸੀ, ਇਹ ਉਹਨਾਂ ਦਾ ਪਹਿਲਾ ਪੇਜ ਹੈ ਉਸ ਨੋਟਬੁੱਕ ਦਾ। ਔਰ ਇਹ ਜਿਹੜਾ ਹੈਗਾ ਦੂਸਰਾ ਪੇਜ ਜਿੱਥੇ ਮੈਂ ਤੁਹਾਨੂੰ ਸ਼ੇਰ ਦੱਸ ਰਿਹਾ ਸੀ ਕਿ ਕੁर्रे खाक है गर्दिश में तपिश से मेरी, मैं वो मजनू हूँ जो जिंदा में भी आज़ाद रहा। एक ਉਹਨਾਂ ਦਾ ਹੈ ਕਿ माई स्ट्रेंथ इज़ द स्ट्रेंथ ऑफ द oppressed एंड माई courage इज़ द courage of desperation। तो ਉਹ ਮਤਲਬ ਜਿਹੜਾ ਹੈ तो ਇਹ ਉਹਦੇ ਕੁਝ ਸਫ਼ੇ ਨੇ ਜਿਨ੍ਹਾਂ ਨੂੰ ਮਤਲਬ ਕਾਪੀ ਕਰਕੇ ਡਿਸਪਲੇ ਕੀਤਾ ਗਿਆ। ਉਹਨਾਂ ਨੇ ਕ੍ਰੀਏਟ ਫਾਂਸੀ ਦਾ ਸੀਨ ਕ੍ਰੀਏਟ ਕੀਤਾ ਸੀ, ਮਤਲਬ ਜਿਹੜਾ ਪ੍ਰਭਾਵ ਦਾ ਦਿੰਦਾ। ਜਿੱਦਾਂ ਹੁਣ ਇਹ ਸੈਂਸਰ ਟੈਕਨੋਲੋਜੀ ਦੇ ਨਾਲ ਇਹਨੂੰ ਪੂਰਾ ਕੀਤਾ ਗਿਆ ਹੈ। ਜੇਕਰ ਤੁਸੀਂ ਇੱਥੇ ਪ੍ਰਭਾਵ ਦਿੰਦਾ ਕਿ ਵੀ ਮਤਲਬ ਉਦੋਂ ਮਤਲਬ ਜਦੋਂ ਫਾਂਸੀ ਚੜ੍ਹ, ਜਿੱਦਾਂ ਉਹਨੇ ਫਾਂਸੀ ਦੇ ਫੱਟੇ ਡਿੱਗਣਾ ਹੈ, ਉਹਨਾਂ ਦਾ ਨਾਅਰੇ ਲਾਉਣਾ ਹੈ, ਤੋ ਇਹ ਇਫੈਕਟ ਕ੍ਰੀਏਟ ਕੀਤਾ। ਕੁਝ ਖਾਸ ਨਿਸ਼ਾਨੀਆਂ ਨੇ। ਜਿਹੜਾ ਮੈਂ ਤੁਹਾਨੂੰ ਪੈਨ ਕਹਿ ਰਿਹਾ ਸੀ, ਇਹ ਉਹ ਪੈਨ ਹੈ ਜਿਹੜੇ ਨਾਲ ਫਾਂਸੀ ਦੀ ਦਿੱਤਾ ਗਿਆ ਸੀ। ਔਰ ਇੰਨੀਆਂ ਫਾਂਸੀਆਂ ਹੋਈਆਂ ਨੇ, ਇਹ ਕਿਉਂ ਬਚਿਆ? ਕਿਉਂਕਿ ਪੁਲਿਸ ਜਿਹੜਾ ਉਹਨਾਂ ਦਾ ਐਕਸ਼ਨ ਸੀ ਸਾਂਡਰਸ ਵਾਲਾ, ਉਹਦੇ ਨਾਲ ਪੁਲਿਸ ਵਾਲੇ ਆਫੀਸਰ ਜਿਹੜੇ ਯੰਗ ਆ ਰਹੇ ਸੀ, ਉਹਨਾਂ ਦੇ ਮਨ 'ਚ ਡਰ ਸੀ। ਉਹ ਡਰ ਦੂਰ ਕਰਨ ਲਈ ਇਹ ਕਲਮ ਜਿਹੜੀ ਉੱਥੇ ਲਿਆਂਦੀ ਗਈ। ਤੋ ਇਹ ਉਹਦਾ ਪ੍ਰਭਾਵ ਦੱਸਦਾ ਕਿ ਕਿੰਨਾ ਭਗਤ ਸਿੰਘ ਨੇ ਪ੍ਰੈਕਟੀਕਲੀ ਜੋ ਕੀਤਾ, ਉਹਦਾ ਅਸਰ ਕਿੰਨਾ ਡੀਪ ਸੀ। ਮਤਲਬ ਜਿਹੜਾ ਲੋਕਾਂ ਨੂੰ ਡਰਾਉਂਦੇ ਸੀ ਉਹ ਖੁਦ ਡਰਨ ਲੱਗ ਪਏ। ਔਰ ਉਹਨਾਂ ਲਈ ਮਤਲਬ ਤਿੰਨਾਂ ਨੂੰ ਫਾਂਸੀ ਦੇਣਾ ਜਿਹੜਾ ਉਹ ਇਸ ਕਰਕੇ ਜ਼ਰੂਰੀ ਹੋ ਗਿਆ, ਇਸੇ ਕਰਕੇ। ਔਰ ਇਹ ਉਹਨਾਂ ਦੇ ਮਤਲਬ ਸ਼ੇਵ ਕਰਨ ਦਾ ਸਮਾਨ ਹੈਗਾ ਭਗਤ ਸਿੰਘ ਉਹਨਾਂ ਦਾ। ਇਹ ਉਹ ਕਿਉਂਕਿ ਮਤਲਬ ਆਪਣੇ ਸਾਥੀਆਂ ਨਾਲ ਖੇਡਦੇ ਹੁੰਦੇ ਸੀ, ਪਲੇ ਕਾਰਡ, ਮਤਲਬ ਆਪਣੇ ਤਾਸ਼ ਖੇਡਦੇ ਸੀ, ਤੇ ਉਹਦਾ ਰਿਕਾਰਡ ਰੱਖਣ ਲਈ ਮਤਲਬ ਇੱਕ ਹਾਂ ਆ ਜਿਹੜੀ ਇਹ 25 ਤਰੀਕ ਵਾਲੀ ਅਖਬਾਰ ਸੀ ਜਿਹਦੇ 'ਚ ਬੇਬੇ ਜੀ ਨੇ ਮਤਲਬ ਉਹਨਾਂ ਦੀਆਂ ਨਿਸ਼ਾਨੀਆਂ ਰੱਖੀਆਂ ਹੋਈਆਂ ਸੀਗੀਆਂ। ਉਹ ਜਿਹੜਾ ਹੈਗਾ ਉਹ ਮਤਲਬ ਇੱਕ ਕਿਸੇ ਨੇ ਉਹਨਾਂ ਨੂੰ ਗੀਤਾ ਪ੍ਰੈਜ਼ੈਂਟ ਕੀਤੀ ਸੀ। ਮਤਲਬ ਜਦੋਂ ਮੈਂ ਤਾਂ ਉੱਥੇ ਆਪਾਂ ਘਰ ਦੇਖਾਂਗੇ ਕਿ ਉੱਥੇ ਉਹਨਾਂ ਨੇ ਇੱਕ ਰੁਮਾਲ ਕੱਢ ਕੇ ਦਿੱਤਾ ਸੀ, ਤਾਂ ਆਪਣੀ ਆਪਣੀ ਸ਼ਰਧਾ ਨਾਲ ਲੋਕ ਕਰਦੇ ਸੀ, ਤੇ ਉਹਦੇ 'ਤੇ ਸਾਈਨ ਕਰਕੇ ਉਹਨਾਂ ਨੇ ਵਾਪਸ ਭੇਜਤਾ ਸੀ। ਉਹ ਮਤਲਬ ਹੈ ਮਤਲਬ ਇਹ ਸ਼ਹੀਦ ਸੁਖਦੇਵ ਦਾ ਕੁੱਲਾ ਹੈਗਾ। ਔਰ ਆਹ ਉਹ ਹੱਡੀ ਹੈ ਜਿਹੜੀ ਮੇਰੇ ਮਦਰ ਉੱਥੋਂ ਹੁਸੈਨੀ ਵਾਲਾ ਤੋਂ ਲੈ ਕੇ ਆਏ ਸੀਗੇ। ਇਹ ਹੁਣ ਇਹ ਦੇਖੋ ਸ਼ਾਰਪ ਕੱਟ ਹੈਗਾ, ਤੇਜ਼ ਧਾਰ ਨਾਲ ਕੱਟੀ ਹੋਈ ਹੈ। ਇਹਦੇ ਉੱਤੇ ਹਾਫ ਬਰਨਡ ਦਾ ਵੀ ਸੀ। ਤੋ ਉਹ ਕਿਉਂਕਿ ਉਹਨਾਂ ਨੇ ਤਿੰਨਾਂ ਦੀ ਇੱਕੋ ਚਿਖਾ ਬਣਾਈ ਸੀ, ਇਸ ਕਰਕੇ ਫਿਰ ਉਹਨੂੰ ਕੱਟ ਵੱਢ ਵੀ ਕਰਨੀ ਪਈ ਉਹਨਾਂ ਨੂੰ, ਤਾਂ ਕਿ ਜਲਦੀ ਨਾਲ, ਕਿਉਂਕਿ ਉਹ ਇੰਨੇ ਡਰੇ ਹੋਏ ਸੀ ਲੋਕਾਂ ਤੋਂ। ਔਰ ਵਾਕਿਆ ਹੀ ਹੈ ਕਿ ਵੀ ਲੋਕ ਸਵੇਰੇ 5 ਵਜੇ ਤੱਕ ਉੱਥੇ ਪਹੁੰਚ ਚੁੱਕੇ ਸੀ। ਮੇਰੇ ਮਦਰ ਅਤੇ ਇਹਨਾਂ ਦੀਆਂ 4 ਸਹੇਲੀਆਂ ਇਹ ਫੋਲੋ ਕਰ ਰਹੀਆਂ ਸੀ ਉਹਨੂੰ, ਅਤੇ ਉੱਥੇ ਪਹੁੰਚ ਗਏ। ਉਹਦੇ 'ਚੋਂ ਹੀ ਉਹ ਜਿਹੜੇ ਖੂਨ ਦੇ ਭਿੱਜੇ ਰੋੜੇ ਅਤੇ ਰੇਤ ਅਤੇ ਮਲੇ ਜਿਹੜਾ ਹੈ ਇਹ ਲੈ ਕੇ ਆਏ ਸੀਗੇ। ਇਹ ਕਸ਼ੀ ਕਲਸ਼ ਹੈ ਜਿਹੜਾ ਮਤਲਬ ਆਹ ਕੁਛ ਲਿਆਂਦੀਆਂ ਚੀਜ਼ਾਂ ਲਿਆਂਦੀਆਂ ਗਈਆਂ ਸੀ। ਇਹ ਚੀਜ਼ਾਂ ਜਿਹੜੀਆਂ ਨੇ ਇਹ ਬਾਅਦ ਵਿੱਚ ਮਤਲਬ ਕਿਉਂਕਿ ਉੱਥੇ ਪ੍ਰੋਪਰ ਹੋਇਆ ਨਹੀਂ, ਫਿਰ ਲੋਕਾਂ ਦਾ ਸੀ ਵੀ ਘੱਟੋ ਘੱਟ ਉਹਨਾਂ ਦੀ ਪ੍ਰੋਪਰ ਕ੍ਰੀਮੇਸ਼ਨ ਕੀਤੀ ਜਾਵੇ। ਤਾਂ ਫਿਰ 3 ਵੱਖਰੀਆਂ ਵੱਖਰੀਆਂ ਅਰਥੀਆਂ ਬਣਾ ਕੇ ਰਾਵੀ ਦੇ ਕਿਨਾਰੇ 'ਤੇ ਮਤਲਬ ਕੀਤਾ ਗਿਆ ਸੀ। ਉਹ ਜਿਹੜਾ ਰਾਵੀ ਦੇ ਕਿਨਾਰੇ ਦੀ ਮਤਲਬ ਰਾਖ ਹੈ ਉਹ ਇਹਦੇ ਵਿੱਚ ਬੰਦ ਹੈ, ਜਿਹੜੀ ਮਤਲਬ ਸਾਂਝ ਹੈ ਸਾਡੀ ਪਾਕਿਸਤਾਨ ਤੋਂ। ਹਰ ਭੈਣ ਨੂੰ, ਹਰ ਮਾਂ ਨੂੰ ਆਪਣੇ ਬੱਚੇ ਨੂੰ ਉਹ 3 ਸ਼ਬਦ ਸਿਖਾਉਣੇ ਚਾਹੀਦੇ ਨੇ ਜਿਹੜੇ ਉਹਨਾਂ ਨੇ ਆਪਣੇ ਛੋਟੇ ਭਰਾ ਦੇ ਨਾਲ ਲਿਖੇ ਕਿ ਸਿਹਤ ਦਾ ਖਿਆਲ ਰੱਖਣਾ, ਹੌਸਲੇ ਨਾਲ ਰਹਿਣਾ ਅਤੇ ਮਿਹਨਤ ਨਾਲ ਪੜ੍ਹਨਾ। ਤਾਂ ਇਹ 3 ਸ਼ਬਦ ਉਹ ਜਿਹੜਾ 14 ਸਾਲ ਦੇ ਬ੍ਰਦਰ ਸੀ ਉਹਨੂੰ ਇੱਕ ਚੌਥੀ ਗੱਲ ਕਹੀ ਉਹਨਾਂ ਨੇ ਕਿ ਬਈ ਆਪਣੇ ਹੱਥ ਦਾ ਕੰਮ ਸਿੱਖੀ
ਤਾਂ ਕਿ ਤੈਨੂੰ ਆਪਣੇ ਆਪ 'ਚ ਯਕੀਨ ਹੋ ਸਕੇ। ਤੇ ਇਹ ਸੀਗਾ, ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਤੁਹਾਨੂੰ ਭਗਤ ਸਿੰਘ ਦੀ ਜ਼ਿੰਦਗੀ ਦੇ ਨਾਲ ਜੋੜਨ ਦੀ, ਜਿਸ ਤਰੀਕੇ ਨਾਲ ਉਹਨਾਂ ਨੇ ਆਪਣੇ 21 ਸਾਲ ਦਾ ਸਫ਼ਰ ਜਿਹੜਾ ਆ ਉਹ ਤੈਅ ਕੀਤਾ ਹੈ। ਭਾਵੇਂ ਉਹ ਬਹੁਤ ਛੋਟਾ ਲਾਈਫ ਸਪੈਨ ਸੀਗਾ, ਲੇਕਿਨ ਉਹਨਾਂ ਨੇ ਉਹਨੇ ਥੋੜ੍ਹੇ ਲਾਈਫ ਸਪੈਨ ਦੇ ਵਿੱਚ ਵੀ ਬਹੁਤ ਕੁਝ ਕਰ ਦਿੱਤਾ। ਅਲਵਿਦਾ ਲੈਂਦੇ ਹਾਂ, ਬਹੁਤ ਬਹੁਤ ਸ਼ੁਕਰੀਆ ਜਗਮੋਹਨ ਜੀ। ਥੈਂਕ ਯੂ ਵੈਰੀ ਮਚ। ਕੈਮਰਾਮੈਨ ਰਾਜੇਸ਼ ਦੇ ਨਾਲ ਅਨੂਜਾ ਸ਼ਰਮਾ, ਦੇਸ ਪ੍ਰਦੇਸ਼ ਟੀਵੀ।